ਉੱਥੇ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਲੋਕਾਂ ਨੂੰ ਸ਼ੰਭੂ ਬਾਰਡਰ ਤੇ ਰੋਕਦੀ ਹੈ, ਦਿੱਲੀ ਕਿਉਂ ਨਹੀਂ ਜਾਣ ਦਿੰਦੀ ਜੀ? ਕੀ ਪੰਜਾਬ ਹਰਿਆਣਾ ਦਾ ਹਿੱਸਾ ਹੈ ਜਾਂ ਪੰਜਾਬ ਦਿੱਲੀ ਦਾ ਹਿੱਸਾ ਹੈ ਜਾਂ ਪੰਜਾਬ ਸਾਰੇ ਭਾਰਤ ਦਾ ਹਿੱਸਾ ਹੈ? ਜੇ ਸਾਨੂੰ ਤੁਰਨ ਫਿਰਨ ਦੀ ਆਜ਼ਾਦੀ ਹੈ ਤੇ ਹਰਿਆਣਾ ਸਰਕਾਰ ਦੀ ਕੀ ਜ਼ਰੂਰਤ ਹੋ ਗਈ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ? ਇਹ ਅਟੈਕ ਕਿਸਾਨੀ ਤੇ ਕਿਉਂ ਹੋਇਆ ਜੀ? ਕਿਸੇ ਵੱਡੇ ਮਲਟੀਨੈਸ਼ਨਲ ਜਾਂ ਕਿਸੇ ਹੋਰ ਜਿਹੜੇ ਇੰਡੀਅਨ ਨੈਸ਼ਨਲਸ ਨੇ, ਵੱਡੇ ਵੱਡੇ ਮਲਟੀ ਮਿਲੀਅਨਰਸ ਨੇ, ਉਹਨਾਂ ਉੱਤੇ ਕਿਉਂ ਨਹੀਂ ਇਦਾਂ ਦਾ ਅਟੈਕ ਹੋਇਆ ਜੀ? ਉਹਨਾਂ ਦੀ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀ MRP ਚੱਲੇ ਤੇ ਕਿਸਾਨ ਦੀ MSP ਚੱਲੇ। ਇਹ ਇੱਕ ਕਿਹੋ ਜਿਹਾ ਇੱਕ ਮਜ਼ਾਕ ਚੱਲ ਰਿਹਾ ਜੀ। ਲੱਖੋਵਾਲ ਜੀ ਇਕੱਲੇ ਕਿਉਂ ਚਲੇ ਗਏ? ਉਹਨਾਂ ਨੇ ਬਾਕੀ ਜਿਹੜੀਆਂ ਜਥੇਬੰਦੀਆਂ ਸੀ ਜਾਂ ਬਾਕੀ ਕਿਸਾਨ ਭਰਾ ਸੀ ਉਹਨਾਂ ਨੂੰ ਕੰਸਲਟ ਕਿਉਂ ਨਹੀਂ ਕੀਤਾ? ਉਹਨਾਂ ਨੇ ਅਜਿਹਾ ਕੰਮ ਕਰਕੇ ਇੱਕ ਬੜਾ ਜਿਹੜਾ ਕਾਲੀ ਵਾਲਾ ਕਦਮ ਉਠਾਇਆ। ਜਿਹੜਾ ਇੱਕ ਜਹਾਜ਼ ਹੈ 8500 ਕਰੋੜ ਰੁਪਏ ਦਾ ਮੋਦੀ ਸਾਹਿਬ ਨੇ ਖਰੀਦ ਲਿਆ ਆਪਣੇ ਲਈ, ਉਹਦੀ ਕੀ ਜ਼ਰੂਰਤ ਸੀਗੀ ਜੀ? ਉਹ ਦੇਸ਼ ਦੇ ਲੋਕਾਂ ਦਾ ਪੈਸਾ ਹੈ, ਦੇਸ਼ ਦੀ ਜਨਤਾ ਨੂੰ ਸਵਾਲ ਕਰਨਾ ਚਾਹੀਦਾ। ਔਰ ਅੱਜ ਸਾਡੀ ਮਾਨਯੋਗ ਸੁਪਰੀਮ ਕੋਰਟ ਤੱਕ, ਹਾਈ ਕੋਰਟਾਂ ਤੱਕ ਇਸ ਚੀਜ਼ ਦੇ ਉੱਤੇ ਸਵਾਲ ਨਹੀਂ ਕਰ ਸਕਦੀਆਂ, ਸਿਊਮੋਟੋ ਐਕਸ਼ਨ ਨਹੀਂ ਲੈ ਸਕਦੀਆਂ ਵੀ ਅਜਿਹਾ ਖਰਚਾ ਕਿਉਂ ਕੀਤਾ ਗਿਆ, ਪਬਲਿਕ ਐਕਸਚੇਕਰ ਨੂੰ ਕਿਉਂ ਧੱਕਾ ਲਾਇਆ ਗਿਆ ਜੀ। ਇਹ ਗੱਲਾਂ ਜਿਹੜੀਆਂ ਅਮਰੀਕਾ ਵਰਗੇ ਕੰਟਰੀ ਵਿੱਚ ਹੋ ਸਕਦੀਆਂ ਜਿੱਥੇ ਮੋਦੀ ਸਾਹਿਬ 50 ਵਾਰੀ ਚੱਕਰ ਲਾਏ ਨੇ ਜੀ। ਤੁਸੀਂ ਇੱਕ ਲਾਈਨ ਦੇ ਦਿਓ, ਜਿਹੜਾ ਵੀ ਕਿਸਾਨ ਦੀ ਫਸਲ ਦੇ ਨਾਲ ਖਿਲਵਾੜ ਕਰੇਗਾ ਜੀ, MRP ਦਿਓ ਜਾਂ MSP ਦਿਓ ਜੀ, ਉਸ ਤੋਂ 1 ਰੁਪਈਆ ਵੀ ਘੱਟ ਲਏਗਾ, ਬਿਨਾਂ ਅਪੀਲ ਵਕੀਲ ਜਾਂ ਦਲੀਲ ਦੇ ਉਸ ਨੂੰ ਉਮਰ ਕੈਦ ਹੋਏਗੀ। ਬਿਲਕੁਲ ਇੰਨੀ ਜ਼ਰੂਰਤ ਕਰੇਗੀ ਇਹ ਸਰਕਾਰ। ਪਹਿਲੀ ਸ਼ਰਤ ਇਹ ਰੱਖੋ, ਇਹ ਜਿਹੜੇ ਵੀ ਕਾਨੂੰਨ ਆਏ ਨੇ ਉਹਨਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਜਾਂ ਸਸਪੈਂਡ ਕਰਨ ਦੀ ਕੁਝ ਅਰਸੇ ਲਈ ਗੱਲ ਕੀਤੀ ਜਾਏ, ਜਿੰਨੀ ਦੇਰ ਗੱਲਬਾਤ ਚੱਲਦੀ ਹੈ। ਜੇ ਉਹ ਤੁਹਾਡੀ ਗੱਲ ਮੰਨ ਲੈਂਦੇ ਆ ਤੇ ਗੱਲ ਅੱਗੇ ਤੋਰਿਓ, ਨਹੀਂ ਤੇ ਵਾਪਸ ਆ ਜਾਓ, ਚਾਹਾਂ ਜਾਂ ਰੋਟੀਆਂ ਖਾ ਕੇ ਜਾਂ 5 ਸਟਾਰ ਦੀ ਹੌਸਪਿਟੈਲਿਟੀ ਇੰਜੋਏ ਕਰਕੇ ਵਾਪਸ ਨਾ ਆਇਓ। ਵਿਸ਼ੇਸ਼ ਸੈਸ਼ਨ ਸੱਦਾ ਗਿਆ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਅਜਿਹਾ ਕਾਨੂੰਨ ਲਿਆ ਸਕਦੇ ਆ ਵੀ ਜਿਹਦੇ ਨਾਲ ਜਿਹੜਾ ਆਰਡੀਨੈਂਸ ਦਾ ਇਹਦਾ ਪੰਜਾਬ ਦੇ ਵਿੱਚ ਜਿਹੜੀ ਉਹ ਲਾਗੂ ਨਾ ਹੋ ਸਕੇ? ਕੀ ਪ੍ਰੋਵੀਜ਼ਨ ਹੈਗੀ ਉਸ ਚੀਜ਼ ਦੀ? ਪੰਜਾਬ ਅਸੈਂਬਲੀ ਦੇ ਵਿੱਚ ਇੱਕ ਇਹ ਐਕਟ ਪਾਸ ਹੋਣਾ ਚਾਹੀਦਾ ਵੀ ਇਹ ਪੰਜਾਬ ਦੀ ਟੈਰੀਟਰੀ ਦੇ ਉੱਤੇ ਇਹ ਐਕਟ ਲਾਗੂ ਨਹੀਂ ਹੋਣਗੇ ਜੀ। ਕਿਉਂਕਿ ਐਗਰੀਕਲਚਰ ਜਿਹੜਾ ਉਹ ਸਟੇਟ ਸਬਜੈਕਟ ਹੈ, ਉਹਨੂੰ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਿਸੇ ਤਰ੍ਹਾਂ ਵੀ ਹਥਿਆ ਨਹੀਂ ਸਕਦੀ ਜੀ। ਜੇ ਉਹ ਸਟੇਟ ਸਬਜੈਕਟ ਹੈ ਤੇ ਸੈਂਟਰਲ ਗਵਰਨਮੈਂਟ ਉਹਦੇ ਵਿੱਚ ਪੰਗਾ ਕਿਉਂ ਉਡਾਉਂਦੀ ਆ? ਪਰਾਲੀ ਦੀ ਗੱਲ ਤੁਰਦੀ ਆ ਤਾਂ ਕੇਂਦਰ ਸਰਕਾਰ ਤੇ ਖਾਸ ਤੌਰ ਜਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ ਉਹ ਦੋਸ਼ ਸਿੱਧਾ ਪੰਜਾਬ ਦੇ ਸਿਰ ਮਰ ਦਿੱਤਾ ਜਾਂਦਾ ਵੀ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ, ਇਸ ਕਰਕੇ ਜਿਹੜਾ ਉੱਥੇ ਹੈ ਧੂੰਆਂ ਫੈਲਦਾ। ਅੱਜ ਮਾਨਯੋਗ ਸੁਪਰੀਮ ਕੋਰਟ ਨੇ ਵੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਇੱਕ ਰਿਟਾਇਰਡ ਜੱਜ ਦੀ ਡਿਊਟੀ ਲਗਾਈ ਗਈ ਹੈ ਵੀ ਉਹ ਨਿਗਰਾਨੀ ਕਰਨਗੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਰਾਲੀ ਨੂੰ ਲੈ ਕੇ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਰਿਟਾਇਰਡ ਜੱਜ ਜਿਹੜੇ ਨੇ ਉਹ ਪਰਾਲੀ ਦੀ ਨਿਗਰਾਨੀ ਕਰਨ ਲਈ ਰਹਿ ਗਏ ਨੇ ਜੀ, ਉਹਨਾਂ ਕੋਲ ਹੋਰ ਕੋਈ ਕੰਮ ਨਹੀਂ। ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਦਾ ਸਭ ਤੋਂ ਵੱਧ ਜਿਹੜਾ ਵਿਰੋਧ ਹੈ ਉਹ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਵਿੱਚ ਦੇਖਣ ਨੂੰ ਮਿਲਿਆ। ਤੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਜਾਰੀ ਹੈ। ਸੋ ਇੱਕ ਜਥੇਬੰਦੀ ਆਊਟ ਹੋਣ ਤੋਂ ਬਾਅਦ ਇੱਕ ਨਵੀਂ ਜਥੇਬੰਦੀ ਆ ਵੀ ਗਈ ਸੀ ਉਹਦੇ ਵਿੱਚ। ਸੋ 31 ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ। ਗੱਲ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਇਸ ਆਰਡੀਨੈਂਸ ਦੇ ਨਾਮ ਤੇ, ਕਿਸਾਨਾਂ ਦੇ ਨਾਮ ਤੇ ਰਾਜਨੀਤੀ ਪੂਰੀ ਤਰ੍ਹਾਂ ਸਰਗਰਮ ਕਰ ਰਹੀਆਂ ਨੇ। ਰਾਜਨੀਤੀ ਪੂਰੀ ਰੋਟੀਆਂ ਮੈਂ ਕਹਿ ਸਕਦਾ ਸੇਕ ਰਹੀਆਂ ਨੇ, ਕਿਉਂਕਿ ਮਹਿਜ਼ 1.5 ਸਾਲ ਦਾ ਸਮਾਂ ਬਾਕੀ ਹੈ ਜਿਹੜਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਜਿਹੜਾ ਆਪਣੀ ਸਿਆਸੀ ਰੋਟੀਆਂ ਇਸ ਮੁੱਦੇ ਤੇ ਸੇਕ ਰਹੀਆਂ ਨੇ। ਇਸ ਸਾਰੇ ਮਾਮਲੇ ਤੇ ਆਰਡੀਨੈਂਸ ਦੀ ਗੱਲ ਕੀਤੀ ਜਾਵੇ, ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ, ਉਹਨਾਂ ਸਾਰੇ ਮਾਮਲੇ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਜੀ, ਜਿਹੜੇ ਸਿਆਸੀ ਮਾਹਰ ਨੇ ਤੇ ਨਾਲ ਕਾਨੂੰਨੀ ਮਾਹਰ ਵੀ। ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਆਰਡੀਨੈਂਸ ਦਾ ਇਹਦੇ ਕਿਸਾਨਾਂ ਦੇ ਸੰਘਰਸ਼ ਅਤੇ ਜਿਹੜੀ ਪੰਜਾਬ ਦੀ ਰਾਜਨੀਤੀ ਉੱਤੇ ਕੀ ਅਸਰ ਪਏਗਾ। ਸਤਿ ਸ਼੍ਰੀ ਅਕਾਲ ਜੀ ਕੰਗ ਸਾਹਿਬ। ਭੱਟੀ ਸਾਹਿਬ, ਪਹਿਲਾ ਸਵਾਲ ਮੈਨੂੰ
ਤੁਹਾਨੂੰ ਇਹੀ ਹੈ ਵੀ ਆਪਾਂ ਗੱਲ ਨਹੀਂ ਕਰਾਂਗੇ ਵੀ ਇਹ ਆਰਡੀਨੈਂਸ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ। ਆਪਾਂ ਗੱਲ ਕਰਾਂਗੇ ਵੀ ਜਿਹੜੀ ਪਰਸੋਂ ਚੌਥ ਮੀਟਿੰਗ ਹੋਈ ਸੀਗੀ ਕੇਂਦਰ ਨਾਲ ਕਿਸਾਨਾਂ ਦੀ, ਜਿਹੜੀ ਬੇਸਿੱਟਾ ਰਹੀ ਹੈ, ਉਹ ਕੀ ਘਟਨਾਕ੍ਰਮ ਦੇਖਦੇ ਹੋ? ਮੰਤਰੀਆਂ ਦੀ ਮੌਜੂਦਗੀ ਕਿਉਂ ਨਹੀਂ ਸੀਗੀ ਜਦੋਂ ਕਿ ਵੱਖ-ਵੱਖ ਰੈਲੀਆਂ ਕਰਕੇ, ਵਰਚੁਅਲ ਰੈਲੀਆਂ ਕਰਕੇ, ਪ੍ਰੈਸ ਕਾਨਫਰੰਸ ਕਰਕੇ ਢੰਡੋਰਾ ਪਿੱਟ ਰਹੀ ਹੈ ਬੀਜੇਪੀ ਵੀ ਇਹ ਜਿਹੜਾ ਸਾਡਾ ਆਰਡੀਨੈਂਸ ਸਹੀ ਹੈ, ਪਰ ਜਦੋਂ ਕਿਸਾਨ ਜਥੇਬੰਦੀਆਂ ਮਿਲਣ ਜਾਂਦੀਆਂ ਨੇ ਤਾਂ ਉੱਥੇ ਅੱਗੋਂ ਕੋਈ ਮੰਤਰੀ ਮਿਲਣ ਨੂੰ ਰਾਜ਼ੀ ਨਹੀਂ ਹੁੰਦਾ। ਇੰਦਰਪਾਲ ਜੀ ਦੇਖੋ, ਇੱਕ ਗੱਲ ਬੜੀ ਸਪਸ਼ਟ ਸਾਹਮਣੇ ਨਜ਼ਰ ਆਈ ਹੈ। ਉਸ ਤੋਂ 2 ਦਿਨ ਪਹਿਲੇ ਮੈਂ ਇੰਟਰਵਿਊ ਕੀਤਾ ਸੀ ਇੱਕ ਚੈਨਲ ਦੇ ਉੱਤੇ ਜੀ। ਉਹਦੇ ਵਿੱਚ ਮੈਂ ਇਹ ਕਿਹਾ ਸੀ ਕਿਸਾਨ ਜਥੇਬੰਦੀਆਂ ਨੇ ਨਿਯੋਤਾ ਸਵੀਕਾਰ ਕਰਨ ਔਰ ਇਹ ਚੰਗਾ ਰੁਝਾਨ ਤੇ ਰਜੂ ਹੋਏਗਾ ਜੀ। ਲੇਕਿਨ ਉਹਦੇ ਵਿੱਚ ਜਾ ਕੇ ਕਹਿਣਾ ਕੀ ਹੈ, ਕਰਨਾ ਕੀ ਹੈ, ਸੋਚਣਾ ਕੀ ਹੈ, ਸਮਝਣਾ ਕੀ ਹੈ, ਉੱਥੇ ਆਪਣੀ ਸੂਝਵਾਨਤਾ ਦਿਖਾਣੀ ਪਏਗੀ। ਇਹ ਨਹੀਂ ਵੀ ਬਿਨਾਂ ਪ੍ਰੋਗਰਾਮ ਲਿਖ ਕੇ ਤੁਸੀਂ ਚਲੇ ਜਾਓ। ਮੈਂ ਉੱਥੇ ਇਹ ਵੀ ਗੱਲ ਕੀਤੀ ਸੀ, ਜਾਂਦਿਆਂ ਆਪਣੀ ਪਹਿਲੀ ਸ਼ਰਤ ਇਹ ਰੱਖੋ, ਇਹ ਜਿਹੜੇ ਵੀ ਕਾਨੂੰਨ ਆਏ ਨੇ ਉਹਨਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਜਾਂ ਸਸਪੈਂਡ ਕਰਨ ਦੀ ਕੁਝ ਅਰਸੇ ਲਈ ਗੱਲ ਕੀਤੀ ਜਾਏ, ਜਿੰਨੀ ਦੇਰ ਗੱਲਬਾਤ ਚੱਲਦੀ ਹੈ। ਜੇ ਉਹ ਤੁਹਾਡੀ ਗੱਲ ਮੰਨ ਲੈਂਦੇ ਆ ਤੇ ਗੱਲ ਅੱਗੇ ਤੋਰਿਓ, ਨਹੀਂ ਤੇ ਵਾਪਸ ਆ ਜਾਓ, ਚਾਹਾਂ ਜਾਂ ਰੋਟੀਆਂ ਖਾ ਕੇ ਜਾਂ 5 ਸਟਾਰ ਦੀ ਹਸਪੀਟੈਲਿਟੀ ਇੰਜੋਏ ਕਰਕੇ ਵਾਪਸ ਨਾ ਆਇਓ। ਇਹ ਇੱਕ ਭੋਲੇ ਭਾਲੇ ਕਿਸਾਨ ਜਿਹੜੇ ਨੇ ਤੁਹਾਡੇ ਨਾਲ ਜਿਹੜੇ ਖੜੇ ਨੇ ਇਸ ਵੇਲੇ, ਜਿਹੜੇ ਤੁਹਾਡੀ ਇੱਕ ਗੱਲ ਦੇ ਉੱਤੇ, ਸੂਝਵਾਨਤਾ ਦੇ ਉੱਤੇ ਯਕੀਨ ਕਰਦੇ ਨੇ, ਉਸ ਨੂੰ ਢਾਹ ਨਾ ਲਾਣਾ। ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿਸਾਨ ਭਰਾਵਾਂ ਨੂੰ। ਇਸ ਵੇਲੇ ਲੋਕ ਸ਼ਕਤੀ ਤੁਹਾਡੇ ਨਾਲ ਹੈ। ਲੋਕ ਸ਼ਕਤੀ ਨਾਲ ਹੋਣ ਦਾ ਮਤਲਬ ਇਹ ਹੈ ਵੀ ਕਿਸਾਨੀ ਜਿਹੜੀ ਹੈ ਉਸ ਨੂੰ ਹਰ ਪਾਸੇ ਤੋਂ ਅਟੈਕ ਹੋ ਰਿਹਾ। ਇਹ ਅਟੈਕ ਕਿਸਾਨੀ ਤੇ ਕਿਉਂ ਹੋਇਆ ਜੀ? ਕਿਸੇ ਵੱਡੇ ਮਲਟੀਨੈਸ਼ਨਲ ਜਾਂ ਕਿਸੇ ਹੋਰ ਜਿਹੜੇ ਇੰਡੀਅਨ ਨੈਸ਼ਨਲਸ ਨੇ, ਵੱਡੇ ਵੱਡੇ ਮਲਟੀ ਮਿਲੀਅਨਰਸ ਨੇ, ਉਹਨਾਂ ਉੱਤੇ ਕਿਉਂ ਨਹੀਂ ਇਦਾਂ ਦਾ ਅਟੈਕ ਹੋਇਆ ਜੀ? ਉਹਨਾਂ ਦੀ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀ MRP ਚੱਲੇ ਤੇ ਕਿਸਾਨ ਦੀ MSP ਚੱਲੇ। ਇਹ ਇੱਕ ਕਿਹੋ ਜਿਹਾ ਇੱਕ ਮਜ਼ਾਕ ਚੱਲ ਰਿਹਾ ਜੀ। ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਤੈਅ ਕਰਨ ਦਾ ਕੋਈ ਹੱਕ ਨਹੀਂ, ਇਸ ਦਾ ਮਤਲਬ ਇਹ ਹੋਇਆ ਜੀ। ਬਿਲਕੁਲ। ਤੇ ਜਿਹੜੇ ਮਲਟੀਨੈਸ਼ਨਲ ਨੇ ਉਹ ਆਪਣੀ ਜਿਹੜੀ ਵੀ ਪ੍ਰੋਡਕਟ ਬਣਾਉਂਦੇ ਨੇ, ਜੋ ਵੀ ਕਰਦੇ ਨੇ, ਉਸ ਦੇ ਵਿੱਚ ਉਹ ਆਪਣਾ ਮੁੱਲ ਆਪ ਖੁਦ ਨਿਰਧਾਰਿਤ ਕਰਦੇ ਨੇ ਜੀ। ਬਿਲਕੁਲ। ਇਹ ਕਿਹੋ ਜਿਹਾ ਦੋਗਲਾ ਕਾਨੂੰਨ ਹੈ ਜੀ? ਜੇ ਰਾਈਟ ਟੂ ਇਕੁਐਲਿਟੀ ਸੰਵਿਧਾਨ ਦੀ ਧਾਰਾ 14 ਦੇ ਮੁਤਾਬਕ ਸਾਰੀ ਦੁਨੀਆ ਨੂੰ ਮਿਲਿਆ ਹੋਇਆ ਤੇ ਕਿਸਾਨਾਂ ਨੂੰ ਇਸ ਹੱਕ ਤੋਂ ਵਾਂਝੇ ਕਿਉਂ ਕੀਤਾ ਜਾ ਰਿਹਾ ਜੀ? ਜੇ ਕਿਸਾਨਾਂ ਨੂੰ ਵਾਂਝੇ ਕੀਤਾ ਜਾ ਰਿਹਾ ਹੈ ਤੇ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੈ, ਜੋ ਮੈਂ ਸਮਝਦਾ, ਕਿਉਂਕਿ ਇਹਦੇ ਵਿੱਚ ਸਰਕਾਰ ਦੀ ਜਿਹੜੀ ਖੋਟ ਹੈ, ਬਦਨੀਅਤੀ ਹੈ ਜਿਹੜੀ, ਉਹ ਸਾਫ਼ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ, ਜਿਹਦੇ 3 ਫੈਕਟਰ ਮੈਂ ਸਾਹਮਣੇ ਰੱਖ ਰਿਹਾ ਤੁਹਾਡੇ ਜੀ। ਪਹਿਲੀ ਗੱਲ, ਕਿਸਾਨਾਂ ਨੂੰ ਨਿਯੋਤਾ ਦੇਣਾ ਤੇ ਫਿਰ ਉਹਨਾਂ ਨਾਲ ਮਜ਼ਾਕ ਕਰਨਾ ਜੀ, ਕਿਉਂਕਿ ਉੱਥੇ ਕੋਈ ਮੰਤਰੀ ਨਹੀਂ ਜਾਂ ਕੁਛ ਨਹੀਂ। ਦੂਜੀ ਚੀਜ਼ ਇਹ ਹੈ, ਬੀਜੇਪੀ ਕਹਿ ਰਹੀ ਹੈ ਵੀ 6 ਮੰਤਰੀ ਜਿਹੜੇ ਨੇ ਸਾਡੇ ਉਹ ਪੰਜਾਬ ਜਾਣਗੇ ਇਹਨਾਂ ਨੂੰ ਸਮਝਾਉਣ ਲਈ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹਨਾਂ ਨੂੰ ਖੁਦ ਨੂੰ ਨਹੀਂ ਸਮਝ ਲੱਗੀ। ਇੱਕ ਚੈਨਲ ਦੇ ਉੱਤੇ ਸੀ ਮੈਂ ਜੀ, ਉੱਥੇ ਇਹ ਸਵਾਲ ਕੀਤਾ ਗਿਆ ਬੀਜੇਪੀ ਦੇ ਪ੍ਰਵਕਤਾ ਨੂੰ, ਤੁਸੀਂ ਪੰਜਾਬੀ ਦੇ ਵਿੱਚ ਇਹਨਾਂ ਐਕਟਾਂ ਦਾ ਨਾਂ ਦੱਸ ਦਿਓ, ਤੇ ਉਹ ਆਪਣਾ ਉਹਦੇ ਵਿੱਚ ਨਾਂ ਨਹੀਂ ਦੱਸ ਸਕੇ ਪੰਜਾਬੀ ਦੇ ਵਿੱਚ। ਜੇ ਬੀਜੇਪੀ ਦਾ ਪ੍ਰਵਕਤਾ ਨਾਮ ਨਹੀਂ ਦੱਸ ਸਕਿਆ ਤੇ ਕਿੰਨੀ ਸੋਚ ਸਮਝ ਤੇ ਸੂਝ ਨਾਲ ਇਹ ਐਕਟ ਬਣੇ ਨੇ ਜਾਂ ਇਹ ਲਾਗੂ ਕੀਤੇ ਗਏ ਨੇ। ਇਹ ਜਿਹੜੇ ਲੋਕ ਭੋਲੇ ਭਾਲੇ ਕਿਸਾਨ ਵੀ ਨੇ ਉਹ ਵੀ ਸਮਝਦੇ ਨੇ, ਉਹਨਾਂ ਨਾਲ ਖਿਲਵਾੜ ਨਾ ਕਰੋ ਤੁਸੀਂ। ਮੈਂ ਉਹੀ ਗੱਲ ਦੁਬਾਰਾ ਕਰੂੰਗਾ ਵੀ ਤੁਸੀਂ ਵੀ ਗੱਲ ਕੀਤੀ ਵੀ 6 ਮੰਤਰੀ ਪੰਜਾਬ ਆ ਕੇ ਸਮਝਾਉਣਗੇ। ਇੱਕ ਪਾਸੇ ਕਿਸਾਨ ਜਥੇਬੰਦੀ ਦੇ ਆਗੂ ਉੱਥੇ ਮਿਲਣ ਜਾ ਰਹੇ ਨੇ, ਉੱਥੇ ਤੁਹਾਡਾ ਮਿਲਣ ਨੂੰ ਕੋਈ ਰਾਜ਼ੀ ਨਹੀਂ ਹੈਗਾ। ਫਿਰ ਤੁਸੀਂ 6 ਬੰਦੇ ਇੱਥੇ 6 ਮੰਤਰੀ ਆ ਕੇ ਪੰਜਾਬ ਦੇ ਸਮਝਾਉਣਗੇ। ਅਸਲ 'ਚ ਰਣਨੀਤੀ ਕੀ ਹੈ ਬੀਜੇਪੀ ਦੀ ਇਸ ਮਾਮਲੇ ਤੇ? ਦੇਖੋ, ਇਹ ਅਨਪਲੈਨਡ ਰਣਨੀਤੀ ਹੈ ਜੀ, ਔਰ ਬੀਜੇਪੀ ਨੂੰ ਮੂੰਹ ਛੁਪਾਉਣ ਲਈ ਜਗ੍ਹਾ ਜਿਹੜੀ ਹੈ ਨਹੀਂ ਮਿਲ ਰਹੀ, ਸਰਕਾਰ ਨੂੰ ਮੂੰਹ ਛੁਪਾਉਣ ਲਈ ਜਗ੍ਹਾ ਨਹੀਂ ਮਿਲ ਰਹੀ ਜੀ, ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ। ਅਗਰ ਜੇ ਇਸ ਦਾ ਸਾਰੇ ਹਿੰਦੁਸਤਾਨ ਵਿੱਚ ਵਿਰੋਧ ਹੋ ਰਿਹਾ, ਮੈਂ ਕਹਿੰਦਾ ਤੁਸੀਂ ਪੰਜਾਬ ਦੀ ਗੱਲ ਛੱਡੋ, ਸਾਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ, ਜਿਹੜੇ ਬੁੱਧੀਜੀਵੀ, ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸੰਸਥਾਵਾਂ ਕਿਸਾਨਾਂ ਦੇ ਨਾਲ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਸਮਝਾ ਰਹੀਆਂ, ਸੋਚ ਰਹੀਆਂ ਵੀ ਇਹ ਇੱਕ ਜਿਹੜੀ ਹੈ ਐਸੀ ਇੱਕ ਘਾਤਕ ਜਿਹੜੀ ਹੈ ਸਰਜੀਕਲ ਆਪਰੇਸ਼ਨ ਹੈ ਕਨਸਟੀਟਿਊਸ਼ਨ ਦੇ ਉੱਤੇ ਵੀ ਤੇ ਕਿਸਾਨਾਂ ਦੇ ਉੱਤੇ ਵੀ। ਕਿਵੇਂ? ਇਹਦਾ ਸਪਸ਼ਟ ਸਬੂਤ ਸਾਹਮਣੇ ਹੈ। ਅਸਾਮ ਦੇ ਵਿੱਚ ਛੋਟੇ ਟੀ ਗਾਰਡਨ ਹੁੰਦੇ ਸਨ ਜੀ, ਛੋਟੇ ਟੀ ਗਾਰਡਨਸ ਨੂੰ ਇਸੇ ਤਰ੍ਹਾਂ ਮਲਟੀਨੈਸ਼ਨਲਸ ਦੇ ਹਵਾਲੇ ਕਰ ਦਿੱਤਾ ਗਿਆ। ਉਹ ਕਿਸਾਨ ਜਿਹੜਾ ਰੱਜ ਕੇ ਰੋਟੀ ਖਾਂਦਾ ਸੀ ਛੋਟੇ ਟੀ ਗਾਰਡਨ ਦੇ ਉੱਤੋਂ, ਜਿਹਨੂੰ ਚਾਹ ਦੇ ਬਾਗ ਕਹਿੰਦੇ ਆ ਅਸੀਂ ਜੀ, ਉਹਨਾਂ ਚਾਹ ਦੇ ਬਾਗਾਂ ਤੋਂ ਉਹ ਰੱਜ ਕੇ ਰੋਟੀ ਖਾਂਦਾ ਸੀ ਔਰ ਖੁਸ਼ਹਾਲੀ ਸੀ ਉਹਦੀ, ਉਹ ਵਿਚਾਰੇ ਖਤਮ ਹੀ ਕਰ ਦਿੱਤੇ ਗਏ। ਕਿ ਇਸ ਸਰਕਾਰ ਨੇ ਇਹ ਕਾਨੂੰਨ ਬਣਾਉਣ ਵੇਲੇ
ਅਸਾਮ ਦੀ ਜਿਹੜੀ ਦੁਰਘਟਨਾ ਦਾ ਕਰਮ ਹੋਇਆ ਉਹਨੂੰ ਸਾਹਮਣੇ ਨਹੀਂ ਰੱਖਿਆ। ਜੇ ਨਹੀਂ ਰੱਖਿਆ ਤੇ ਮੇਰਾ ਖਿਆਲ ਹੈ ਵੀ ਇਸ ਸਰਕਾਰ ਦੇ ਉੱਤੇ ਇੱਕ ਮੁਕੱਦਮਾ ਚਲਾਇਆ ਜਾਣਾ ਜਾਇਜ਼ ਬਣਦਾ ਕਿ ਭਾਰਤ ਦੇ ਲੋਕ ਜਿਨ੍ਹਾਂ ਦਾ ਸੰਵਿਧਾਨ ਜਿਹੜਾ ਵੀ ਦੀ ਪੀਪਲ ਆਫ ਇੰਡੀਆ ਨਾਲ ਚੱਲਦਾ, ਅਸੀਂ ਭਾਰਤ ਦੇ ਲੋਕ ਆਪਣੇ ਆਪ ਨੂੰ ਸੰਵਿਧਾਨ ਦੇ ਰਹੇ ਹਾਂ ਜੀ, ਤਾਂ ਉਸ ਸੰਵਿਧਾਨ ਦੇ ਉੱਤੇ ਅਟੈਕ ਕਿਹਨੇ ਕੀਤਾ? ਪਾਰਲੀਮੈਂਟ ਨੇ ਕੀਤਾ ਜਾਂ ਗਵਰਨਮੈਂਟ ਨੇ ਕੀਤਾ ਜੀ? ਕਿਉਂਕਿ ਜਿਹੜੇ ਲੋਕ ਉੱਥੇ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਸ਼ਾਮਲ ਸਨ, ਜਿਨ੍ਹਾਂ ਦੀ ਸ਼ਮੂਲੀਅਤ ਸੀ, ਜਿਨ੍ਹਾਂ ਦਾ ਦਿਮਾਗ ਚੱਲਿਆ, ਜਿਨ੍ਹਾਂ ਦੀ ਸ਼ਾਤਰਾਨਾ ਸੋਚ ਚੱਲੀ ਹੈ, ਉਹਨਾਂ ਦੀ ਪ੍ਰੋਸੀਕਿਊਸ਼ਨ ਕਰਨ ਲਈ ਇਹ ਸਰਕਾਰ ਜਿਹੜੀ ਹੈ, ਸਮੇਂ ਦੀ ਸਰਕਾਰ ਜਿਹੜੀ ਹੈ, ਮੋਦੀ ਸਰਕਾਰ, ਮੈਂ ਉਹਨੂੰ ਬੇਨਤੀ ਕਰਾਂਗਾ ਕਿ ਉਹ ਇਹਨਾਂ ਦੇ ਉੱਤੇ ਮੁਕੱਦਮਾ ਚਲਾਵੇ ਦੇਸ਼ ਧਰੋਹ ਦਾ, ਕਿਉਂਕਿ ਇਹਨਾਂ ਨੇ ਕਿਸਾਨਾਂ ਨਾਲ ਖਿਲਵਾੜ ਕੀਤਾ। ਇਹ ਖਿਲਵਾੜ ਨਹੀਂ ਹੋਣਾ ਚਾਹੀਦਾ ਸੀ। ਕਿਸਾਨੀ ਉੱਤੇ ਇਹ ਖਿਲਵਾੜ ਕਿਉਂ, ਕਿਸੇ ਹੋਰ ਉੱਤੇ ਕਿਉਂ ਨਹੀਂ? ਅਗਰ ਜੇ ਦੇਖਿਆ ਜਾਏ, ਇੱਕ ਰਾਈਟ ਟੂ ਐਜੂਕੇਸ਼ਨ ਆਇਆ ਸੀ ਐਕਟ ਆਇਆ ਸੀ, ਮੈਂ ਉਦੋਂ ਵੀ ਇਹ ਗੱਲ ਲਿਖੀ ਸੀ, ਆਰਟੀਕਲ ਵੀ ਲਿਖਿਆ ਸੀ ਪੇਪਰ ਵਿੱਚ, ਜਿਹੜਾ ਟ੍ਰਿਬਿਊਨ ਨੇ ਛਾਇਆ ਕੀਤਾ ਸੀ। ਉਹਦੇ ਵਿੱਚ ਮੈਂ ਇਹ ਕਿਹਾ ਸੀ ਰਾਈਟ ਟੂ ਐਜੂਕੇਸ਼ਨ ਤੇ ਆਲਰੇਡੀ ਕਨਸਟੀਟਿਊਸ਼ਨ ਵਿੱਚ ਐਗਜ਼ਿਸਟ ਕਰਦਾ, ਤੇ ਇਹ ਨਵੇਂ ਕਾਨੂੰਨ ਦੀ ਜ਼ਰੂਰਤ ਕੀ ਪੈ ਗਈ ਜੀ? ਹੁਣ ਇਸੇ ਤਰ੍ਹਾਂ ਇਹ ਜਿਹੜਾ ਟ੍ਰੇਡ ਐਂਡ ਬਿਜ਼ਨਸ ਇਹ ਜਿਹੜਾ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਐਗਜ਼ਿਸਟ ਕਰਦਾ ਹੈ ਆਰਟੀਕਲ 19 ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ, ਸੰਵਿਧਾਨ ਦੇ ਵਿੱਚ। ਤਾਂ ਇਹ ਐਡੇ ਵੱਡੇ ਗੁੰਝਲਦਾਰ ਕਾਨੂੰਨ ਬਣਾਉਣ ਦੀ ਕੀ ਜ਼ਰੂਰਤ ਪੈ ਗਈ? ਤੁਸੀਂ ਇਹਦੀਆਂ ਮੱਦਾਂ ਦੇਖੋ ਕਿ ਕਿਸਾਨ ਨੂੰ ਹਰ ਤਰ੍ਹਾਂ ਨਾਲ ਲੁੱਟਣ ਦਾ, ਜੇ ਉਹਦੇ ਕੋਲ 4 ਪੈਸੇ ਬਚ ਗਏ ਨੇ ਤੇ ਉਹਨੂੰ ਕਿੱਧਰ ਤੋੜ ਦਿੱਤਾ ਜੀ? ਇਹ ਫਲਾਣੇ ਅਫਸਰ ਕੋਲ ਜਾ ਕੇ ਅਰਜ਼ੀ ਦੇ ਦਿਓ, ਫਲਾਣੇ ਅਫਸਰ ਕੋਲ ਜਾ ਕੇ ਅਪੀਲ ਕਰ ਲਓ। ਅਫਸਰਸ਼ਾਹੀ ਕਿੱਦਾਂ ਦੇ ਕੰਮ ਕਰ ਰਹੀ ਹੈ ਜੀ? ਕੋਆਪਰੇਟਿਵ ਸੁਸਾਇਟੀਜ਼ ਜਿਹੜਾ ਐਕਟ ਹੈ 1961 ਦੀ ਵਿੱਚ ਕੋਆਪਰੇਟਿਵ ਮੂਵਮੈਂਟ ਚੱਲੀ ਸੀ, ਇਹਦਾ ਹਸ਼ਰ ਬਿਲਕੁਲ ਉਸੇ ਤਰ੍ਹਾਂ ਹੀ ਹੋਏਗਾ ਜਿਹੜਾ ਅੱਜ ਹੋ ਰਿਹਾ ਜੀ। ਕੀ ਇਸ ਹਸ਼ਰ ਤੋਂ ਵੀ ਇਸ ਸਰਕਾਰ ਨੇ ਕੋਈ ਨਹੀਂ ਸਮਝਿਆ? ਅੰਗਰੇਜ਼ ਜਿਹੜੇ ਨੇ ਉਹਨਾਂ ਬਾਰੇ ਕਿਹਾ ਜਾਂਦਾ ਵੀ ਉਹ ਜਦੋਂ ਵੀ ਕੋਈ ਕਾਲੇ ਕਾਨੂੰਨ ਲਿਆਉਂਦੇ ਸੀ, ਲੋਕਾਂ ਦੀ ਆਵਾਜ਼ ਉੱਠਦੀ ਸੀ, ਉਹ ਕਾਨੂੰਨ ਇੰਪਲੀਮੈਂਟ ਨਹੀਂ ਸੀ ਕਰਦੇ ਜੀ। ਉਹ ਲੋਕਾਂ ਦੀ ਗੱਲ ਨੂੰ ਸੋਚ ਲੈਂਦੇ ਸੀ, ਸਮਝ ਲੈਂਦੇ ਸੀ ਵੀ ਜੇ ਇਹ ਕਾਨੂੰਨ ਲੋਕਾਂ ਨੇ ਕਿੰਤੂ ਪਰੰਤੂ ਕੀਤਾ, ਸਾਡੇ ਲੀਡਰ ਕਿੰਤੂ ਪਰੰਤੂ ਕਰਦੇ ਸੀ ਜੀ, ਭਾਵੇਂ ਉਹਦੇ ਵਿੱਚ ਕੋਈ ਵੀ ਸੀਗਾ, ਹਿੰਦੂ ਮੁਸਲਿਮ ਏਕਤਾ ਜਿਹੜੀ ਸੀ ਉਹਦੇ ਵਿੱਚ ਸੀ, ਉਸ ਲੀਡਰਸ਼ਿਪ ਦੇ ਵਿੱਚ ਜਿਨ੍ਹਾਂ ਨੇ ਕਾਲੇ ਕਾਨੂੰਨ, ਜਿਨ੍ਹਾਂ ਨੂੰ ਕਿਹਾ ਜਾਂਦਾ 1940 ਦੇ ਵਿੱਚ ਆਏ ਸਨ ਜੀ, ਉਹ ਅੰਗਰੇਜ਼ਾਂ ਨੇ ਵਾਪਸ ਲੈ ਲਏ ਸੀ। ਤੇ ਸਾਡੀ ਸਰਕਾਰ ਨੂੰ ਕੀ ਤਕਲੀਫ ਹੈ ਜੀ ਵੀ ਇਹਦੇ ਉੱਤੇ ਵਿਚਾਰ ਨਾ ਕੀਤਾ ਜਾਵੇ ਜਾਂ ਇਹਨਾਂ ਨੂੰ ਜ਼ਰੂਰ ਇੰਪਲੀਮੈਂਟ ਕਰਨਾ? ਇਹ ਡੰਡੇ ਦੀ ਕੋਈ ਰਾਜਨੀਤੀ ਹੈ ਜਾਂ ਡੰਡੇ ਦੀ ਸਰਕਾਰ ਹੈ? ਇਹ ਸਰਕਾਰ ਇਸ ਚੀਜ਼ ਦਾ ਭੋਲੇ ਭਾਲੇ ਕਿਸਾਨਾਂ ਨੂੰ ਤੇ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਜਵਾਬ ਦੇਵੇ। ਆਪਣੀਆਂ ਛਾਤਰਾਨਾਂ ਜਿਹੜੀਆਂ ਚਾਲਾਂ ਨੇ ਉਹ ਨਾ ਚੱਲੇ ਜੀ। ਪੱਟੀ ਸਾਹਿਬ, ਕਿਸਾਨ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਸੋ ਕੁਝ ਦਿਨ ਪਹਿਲਾਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੈ, ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਇਸ ਆਰਡੀਨੈਂਸ ਨੂੰ ਲੈ ਕੇ। ਤੁਸੀਂ ਕਾਨੂੰਨੀ ਮਾਹਰ ਹੋ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂ ਉਹ ਕੀਤੀ ਗਈ ਹੈ? ਕੀ ਸਾਰੇ ਰਣਨੀਤੀ ਇਹਦੇ ਪਿੱਛੇ? ਦੇਖੋ ਇੰਦਰਪਾਲ ਜੀ, ਉਹਦੇ ਉੱਤੇ ਮੇਰਾ ਉਸ ਦਿਨ ਦਾ ਬੜਾ ਸਪਸ਼ਟ ਵਿਊ ਸੀਗਾ ਜੀ ਵੀ ਇਹ ਇੱਕ ਬੜਾ ਕਾਹਲੀ ਵਿੱਚ ਲਿਆ ਗਿਆ ਕਦਮ ਹੈ, ਔਰ ਇਹ ਇੱਕ ਪੋਲੀਟੀਕਲ ਇਹਦੇ ਪਿੱਛੇ ਸਾਜ਼ਿਸ਼ ਹੈ ਬੜੀ ਵੱਡੀ ਜੀ। ਲੱਖੋਵਾਲ ਜੀ ਇਕੱਲੇ ਕਿਉਂ ਚਲੇ ਗਏ? ਉਹਨਾਂ ਨੇ ਬਾਕੀ ਜਿਹੜੀਆਂ ਜਥੇਬੰਦੀਆਂ ਸੀ ਜਾਂ ਬਾਕੀ ਕਿਸਾਨ ਭਰਾ ਸੀ, ਉਹਨਾਂ ਨੂੰ ਕੰਸਲਟ ਕਿਉਂ ਨਹੀਂ ਕੀਤਾ? ਉਹਨਾਂ ਨੇ ਅਜਿਹਾ ਕੰਮ ਕਰਕੇ ਇੱਕ ਬੜਾ ਜਿਹੜਾ ਕਾਹਲੀ ਵਾਲਾ ਕਦਮ ਉਠਾਇਆ, ਜਿਹੜਾ ਬਿਲਕੁਲ ਜਾਇਜ਼ ਨਹੀਂ ਸੀ ਕਿਸੇ ਤਰ੍ਹਾਂ ਵੀ। ਦੂਜੀ ਚੀਜ਼ ਇਹ ਹੈ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਸੀ। ਕੇਰਲਾ ਤੋਂ ਕਾਂਗਰਸ ਦੇ MP ਨੇ ਕਾਨੂੰਨ ਆਉਂਦਿਆਂ ਸਾਰ ਹੀ ਜਿਹੜੀ ਹੈ ਉਹਨਾਂ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਸੀ ਜੀ। ਕੀ ਲੱਖੋਵਾਲ ਜੀ ਨੇ ਉਹ ਪਟੀਸ਼ਨ ਦੇਖ ਲਈ ਸੀ ਜੀ, ਜਾਂ ਉਹਨਾਂ ਨੇ ਇੱਕ ਸਸਤੀ ਸ਼ੋਹਰਤ ਖੱਟਣ ਦੀ ਖਾਤਰ 1-2 ਅੱਖਰ ਲਿਖ ਕੇ ਜਾਂ 2 ਪੇਜ ਲਿਖ ਕੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਔਰ ਇਹ ਸੋਚਣ ਲਈ ਵੀ ਮੈਂ ਵੱਡਾ ਲੀਡਰ ਬਣ ਜਾਵਾਂ? ਲੱਖੋਵਾਲ ਜੀ ਦਾ ਅਜਿਹਾ ਜੇ ਰੁਝਾਨ ਸੀ ਤੇ ਇੱਕ ਬੜਾ ਨਿੰਦਣਯੋਗ ਹੈ, ਉਹਨਾਂ ਨੂੰ ਅਜਿਹਾ ਕੰਮ ਨਹੀਂ ਸੀ ਕਰਨਾ ਚਾਹੀਦਾ ਜੀ। ਪੱਟੀ ਸਾਹਿਬ, ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ, ਬਾਰ-ਬਾਰ ਉਹੀ ਗੱਲ ਚੱਲਦੀ ਹੈ। ਤੁਹਾਨੂੰ ਕੀ ਲੱਗਦਾ ਅੱਗੇ ਭਾਵੇਂ ਕਿ ਗੱਲਬਾਤ ਟੁੱਟ ਚੁੱਕੀ ਹੈ ਇੱਕ ਵਾਰ ਫਿਰ ਕੇਂਦਰ ਨਾਲੋਂ, ਤੁਹਾਨੂੰ ਕੀ ਲੱਗਦਾ ਭਵਿੱਖ 'ਚ ਕੀ ਇਹਦਾ ਅਸਰ ਹੋਏਗਾ? ਕੋਈ ਕਿਸੇ ਮੁਕਾਮ ਤੇ ਪਹੁੰਚੇਗਾ ਇਹ ਸੰਘਰਸ਼, ਜਾਂ ਮੋਦੀ ਸਰਕਾਰ ਝੁਕੇਗੀ ਇਸ ਅੱਗੇ ਜੀ? ਇੰਦਰਪਾਲ ਜੀ, ਬੜਾ ਤੁਹਾਡਾ ਜਾਇਜ਼ ਔਰ ਵੈਲਿਡ ਸਵਾਲ ਹੈ, ਜਿਹਦੇ ਉੱਤੇ ਆਨਸਰ ਵੀ ਬੜਾ ਸਿੱਧਾ, ਸਾਫ਼ ਤੇ ਸਪਸ਼ਟ ਹੈ ਜੀ। ਉਹ ਇਹ ਹੈ 1947 ਤੋਂ ਲੱਗ ਕੇ ਅੱਜ ਤੱਕ 2020 ਤੱਕ 73 ਸਾਲ ਦੇ ਅਰਸੇ ਵਿੱਚ ਪੰਜਾਬ ਤੇ ਪੈਰ ਤਾਂ ਧੱਕਾ ਹੁੰਦਾ ਰਿਹਾ ਇਸ ਖਿੱਤੇ ਤੇ। ਇਹ ਖਿੱਤੇ ਤੋਂ ਮੇਰਾ ਮਤਲਬ ਇਹ ਹੈ ਦਿੱਲੀ ਦੇ ਲੋਕ,
ਪੰਜਾਬ ਦੇ, ਹਰਿਆਣਾ ਦੇ, ਹਿਮਾਚਲ ਦੇ ਲੋਕ ਜਿਹੜੇ ਇੱਕ ਫਾਰਮਰ ਪੰਜਾਬ ਜਿਹਨੂੰ ਕਿਹਾ ਜਾਂਦਾ 1966 ਦਾ ਜੀ, ਇਸ ਖਿੱਤੇ ਦੇ ਲੋਕਾਂ ਨੂੰ ਨਿਖੋੜਨ ਲਈ ਇਹਨਾਂ ਦੇ ਵਿੱਚ ਇੱਕ ਜਿਹੜੀ ਸਾਂਝੀਵਾਲਤਾ ਜਾਂ ਭਾਈਵਾਲਤਾ ਸੀ ਜਾਂ ਏਕਤਾ ਸੀ, ਉਸ ਨੂੰ ਤੋੜਨ ਲਈ ਹਰ ਹੀਲਾ ਵਸੀਲਾ ਹੋਇਆ ਜੀ। ਤੇ ਜੇ ਕੋਈ ਇਹ ਨਵਾਂ ਰੁਝਾਨ ਜਾਂ ਰਜੂ ਆਇਆ ਹੈ, ਇਹ ਮੋਦੀ ਸਰਕਾਰ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਜੀ ਵੀ ਇਹ ਕੋਈ ਆਕੜ ਜਾਂ ਹੈਂਕੜਬਾਜੀ ਨਹੀਂ। ਜੇ ਇਹਨਾਂ ਕਾਨੂੰਨਾਂ ਨੂੰ ਵਿਚਾਰਿਆ ਜਾਏ ਜਾਂ ਸੋਚਿਆ ਜਾਏ, ਤੁਸੀਂ ਇੱਕ ਲਾਈਨ ਦੇ ਦਿਓ, ਜਿਹੜਾ ਵੀ ਕਿਸਾਨ ਦੀ ਫਸਲ ਦੇ ਨਾਲ ਖਿਲਵਾੜ ਕਰੇਗਾ ਜੀ, MRP ਦਿਓ ਜਾਂ MSP ਦਿਓ, ਜੀ, ਉਸ ਤੋਂ 1 ਰੁਪਈਆ ਵੀ ਘੱਟ ਲਏਗਾ, ਬਿਨਾਂ ਅਪੀਲ ਵਕੀਲ ਜਾਂ ਦਲੀਲ ਦੇ ਉਸ ਨੂੰ ਉਮਰ ਕੈਦ ਹੋਏਗੀ। ਬਿਲਕੁਲ ਇੰਨੀ ਜ਼ਰੂਰਤ ਕਰੇਗੀ ਇਹ ਸਰਕਾਰ? ਜੀ, ਇਸ ਚੀਜ਼ ਦਾ ਜਵਾਬ ਸਰਕਾਰ ਦੇਗੀ, ਜੀ, ਉਹਦੇ ਮੰਤਰੀ ਦੇਣਗੇ। ਜਦੋਂ ਉਹ ਇੱਥੇ ਆ ਕੇ ਪੰਜਾਬ ਦੀ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਪਰ ਮੈਂ ਉਹਨਾਂ ਨੂੰ, ਇਹ ਮੰਤਰੀਆਂ ਨੂੰ ਬੇਨਤੀ ਕਰਾਂਗਾ, ਜੀ, ਤੁਸੀਂ ਇਹ ਦੇਖੋ, ਮੈਂ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਹਦੇ ਉੱਤੇ ਸ਼ੱਕ ਨਹੀਂ ਕਰਦਾ, ਲੇਕਿਨ ਇੱਕ ਸੋਚ ਸਮਝ ਕੇ ਆਉਣ, ਇਸ ਤਰ੍ਹਾਂ ਦੀ ਲੁੰਬੜ ਚਾਲ ਨਾ ਚੱਲਣ ਜਿਹਦੇ ਨਾਲ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਵੇ ਜਾਂ ਕਿਸੇ ਵੀ ਤਰ੍ਹਾਂ ਨੂੰ ਉਹਨਾਂ ਨੂੰ ਭਰਮਾਇਆ ਜਾ ਸਕੇ ਜਾਂ ਉਹਨਾਂ ਦੀ ਬਣੀ ਹੋਈ ਏਕਤਾ ਨੂੰ ਤੋੜਿਆ ਜਾਵੇ। ਅਗਰ ਜੇ ਅਜਿਹਾ ਕੰਮ ਹੁੰਦਾ ਹੈ ਤਾਂ ਮੇਰਾ ਖਿਆਲ ਹੈ ਵੀ ਇਸ ਜਿਹੜੀ ਲਹਿਰ ਚੱਲ ਰਹੀ ਹੈ ਇਸ ਵੇਲੇ, ਜਿਹਨੂੰ ਲੋਕ ਲਹਿਰ ਕਹਿ ਸਕਦੇ ਹਾਂ ਅਸੀਂ, ਇਹ ਇੱਕ ਬੜਾ ਵੱਡਾ ਰੂਪ ਅਖਤਿਆਰ ਕਰ ਜਾਏਗੀ, ਜਿਹਦਾ ਤੂਫਾਨ ਮੋਦੀ ਸਾਹਿਬ ਦੀ ਸਰਕਾਰ ਨੂੰ ਚੱਲਣਾ ਬੜਾ ਔਖਾ ਹੋ ਜਾਏਗਾ। ਤੁਸੀਂ ਲਹਿਰ ਦੀ ਗੱਲ ਕੀਤੀ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੋਕ ਲਹਿਰ ਚੱਲ ਰਹੀ ਹੈ। ਉਹ ਲਹਿਰ ਦੇ ਚੱਲਦਿਆਂ ਦੋ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ, ਭਾਵੇਂ ਉਹ ਜਿਹੜੇ BJP ਦੇ ਪੰਜਾਬ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਤੇ ਹਮਲੇ ਦੀ ਗੱਲ ਕੀਤੀ ਜਾਵੇ, ਜਾਂ ਜਿਹੜੇ ਵਿਜੇ ਸਾਂਪਲਾ ਨੇ ਉਹਨਾਂ ਦੇ ਘਰਾਓ ਦੀ ਗੱਲ ਕੀਤੀ ਜਾਵੇ, ਤਾਂ ਉੱਥੇ ਆ ਕੇ ਰਾਜਨੀਤੀ ਸ਼ੁਰੂ ਹੋ ਜਾਂਦੀ ਆ। BJP ਵੱਲੋਂ ਇਹ ਕਿਹਾ ਜਾਂਦਾ ਵੀ ਇਹ ਕਿਸਾਨਾਂ ਵੱਲੋਂ ਸਾਡਾ ਘਰਾਓ ਨਹੀਂ ਕੀਤਾ ਗਿਆ, ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ। ਕਾਂਗਰਸ ਪਾਰਟੀਆਂ, ਹੋਰ ਪਾਰਟੀ ਵੱਲੋਂ ਇਹ ਕੀਤਾ ਜਾ ਰਿਹਾ ਵੀ ਜਿਹੜੇ ਕਿਸਾਨ ਜਥੇਬੰਦੀਆਂ ਰੋਹ ਦੇ ਵਿੱਚ ਨੇ, ਇਸ ਕਰਕੇ BJP ਜਿਹੜੇ ਲੀਡਰ ਨੇ ਉਹਨਾਂ ਨਾਲ ਅਜਿਹਾ ਵਤੀਰਾ ਹੋ ਰਿਹਾ। ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਭੋਲੇ ਭਾਲੇ ਕਿਸਾਨਾਂ ਨੂੰ ਇਹ ਦੋਸ਼ ਦੇਣਾ ਜਿਹੜਾ, ਮੈਂ ਇਸ ਦੇ ਨਾਲ ਬਿਲਕੁਲ ਸਹਿਮਤ ਨਹੀਂ ਜੀ। ਕਿਸਾਨੀ ਨੂੰ ਦੋਸ਼ ਨਾ ਦਿਓ, ਅੱਗੇ ਕਿਸਾਨੀ ਤੁਸੀਂ ਬਥੇਰੀ ਮਾਰ ਲਈ ਹੈ। ਕਿਸਾਨੀ ਦੀ ਫਸਲ ਆਉਂਦੀ ਏ ਤੇ ਸਾਰੇ ਕਾਰੋਬਾਰ ਤੇ ਨਵੇਂ ਕੰਮ ਚੱਲਦੇ ਨੇ ਜੀ, ਜਦੋਂ ਵੀ ਫਸਲ ਆਉਂਦੀ ਹੈ, ਨਹੀਂ ਤੇ ਸਾਰਾ ਕੰਮ ਠੱਪ ਪਿਆ ਹੁੰਦਾ। ਇਹ ਲੋਕਡਾਊਨ ਦੇ ਵਿੱਚ ਚੰਗੀ ਭਲੀ ਚਲਦੀ ਇਕਨੋਮੀ ਜਿਹੜੀ ਹੈ ਠੱਪ ਹੋ ਕੇ ਰਹਿ ਗਈ ਜਾਂ ਬਹਿ ਗਈ। ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਜਦੋਂ ਵੀ ਕੋਈ ਕੰਮ ਕਰਨਾ, ਤੁਸੀਂ ਇੰਨੀ ਕੁ ਤਾਂ ਸਮਝਦਾਰੀ ਨਾਲ ਕਰ ਲਓ, ਆਪਣੇ ਲੋਕ ਹਨ ਜਿਨ੍ਹਾਂ ਲਈ ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਰੂਲਰ ਨਹੀਂ ਜੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਦੇਸ਼ ਸੇਵਕ ਹਾਂ, ਲੋਕਾਂ ਦੇ ਸੇਵਕ ਹਾਂ, ਦੂਜੇ ਪਾਸੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੀ। ਜਿਹੜਾ ਇੱਕ ਜਹਾਜ਼ ਹੈ 8500 ਕਰੋੜ ਰੁਪਏ ਦਾ ਮੋਦੀ ਸਾਹਿਬ ਨੇ ਖਰੀਦ ਲਿਆ ਆਪਣੇ ਲਈ, ਉਹਦੀ ਕੀ ਜ਼ਰੂਰਤ ਸੀਗੀ? ਉਹ ਦੇਸ਼ ਦੇ ਲੋਕਾਂ ਦਾ ਪੈਸਾ ਹੈ, ਦੇਸ਼ ਦੀ ਜਨਤਾ ਨੂੰ ਸਵਾਲ ਕਰਨਾ ਚਾਹੀਦਾ। ਔਰ ਅੱਜ ਸਾਡੀ ਮਾਨਯੋਗ ਸੁਪਰੀਮ ਕੋਰਟ ਤੱਕ, ਹਾਈ ਕੋਰਟਾਂ ਤੱਕ ਇਸ ਚੀਜ਼ ਦੇ ਉੱਤੇ ਸਵਾਲ ਨਹੀਂ ਕਰ ਸਕਦੀਆਂ, ਸਿਊਮੋਟੋ ਐਕਸ਼ਨ ਨਹੀਂ ਲੈ ਸਕਦੀਆਂ ਵੀ ਅਜਿਹਾ ਖਰਚਾ ਕਿਉਂ ਕੀਤਾ ਗਿਆ, ਪਬਲਿਕ ਐਕਸਚੇਕਰ ਨੂੰ ਕਿਉਂ ਧੱਕਾ ਲਾਇਆ ਗਿਆ ਜੀ। ਇਹ ਗੱਲਾਂ ਜਿਹੜੀਆਂ ਅਮਰੀਕਾ ਵਰਗੇ ਕੰਟਰੀ ਵਿੱਚ ਹੋ ਸਕਦੀਆਂ, ਜਿੱਥੇ ਮੋਦੀ ਸਾਹਿਬ 50 ਵਾਰੀ ਚੱਕਰ ਲਾਏ ਨੇ ਜੀ, ਉੱਥੇ ਦਾ ਇੱਕ ਛੋਟੇ ਤੋਂ ਛੋਟਾ ਜੱਜ ਵੀ ਟਰੰਪ ਨੂੰ, ਜਿਹੜਾ ਪ੍ਰੈਜ਼ੀਡੈਂਟ ਹੈ ਉੱਥੋਂ ਦਾ, ਉਹਨੂੰ ਨੋਟਿਸ ਕਰਨ ਦੀ, ਉਹਨੂੰ ਪੁੱਛਣ ਦੀ ਜ਼ਰੂਰਤ ਕਰ ਸਕਦਾ ਹੈ। ਇੱਥੇ ਮਾਫ ਕਰਨਾ, ਕੋਈ ਅਜਿਹਾ ਕੰਮ ਜਾਂ ਕੋਈ ਅਜਿਹਾ ਜੱਜ ਅਜਿਹੀ ਜ਼ਰੂਰਤ ਦਿਖਾਉਣ ਦੀ, ਸਾਡੇ ਇੱਥੇ ਜੱਜ ਆ ਕੇ ਪ੍ਰੈਸ ਕਾਨਫਰੰਸ ਕਰਦੇ ਵੀ ਸਾਨੂੰ ਦਬਾਅ ਹੇਠ ਅਸੀਂ ਕੰਮ ਕਰਦੇ, ਸਾਡੇ ਦੇ ਹਾਲਾਤ ਇੱਥੇ ਇਹ ਨਿਰਦੇਸ਼ ਦੇ, ਉਹ ਜਿਹੜੀ ਦਬਾਅ ਵਾਲੀ ਗੱਲ ਸੀਗੀ, ਉਹ 18 ਜਨਵਰੀ 2018 ਵਿੱਚ ਸਪਸ਼ਟ ਤੌਰ ਤੇ 4 ਜੱਜਾਂ ਦੀ ਕਾਨਫਰੰਸ ਦੇ ਵਿੱਚ ਸਾਹਮਣੇ ਆਈ। ਲੇਕਿਨ ਉਹਨਾਂ ਜੱਜਾਂ ਨੇ ਚੀਫ ਜਸਟਿਸ ਬਣਨ ਤੋਂ ਬਾਅਦ ਕੀ ਗੁਲ ਖਿਲਾਏ, ਕਿਹੋ ਜਿਹੇ ਸਰਕਾਰ ਦੇ ਕਹੇ ਤੇ ਆਰਡਰ ਪਾਸ ਕੀਤੇ, ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਸ ਦਾ ਫੈਸਲਾ ਦੇਸ਼ ਕਰੇਗਾ। ਮੈਂ ਨਹੀਂ ਕਹਿ ਸਕਦਾ ਕਿ ਕੀ ਫੈਸਲਾ ਹੋਏਗਾ, ਲੇਕਿਨ ਮੈਂ ਇਹ ਜ਼ਰੂਰ ਚਾਹਾਂਗਾ ਲੋਕ ਹਿੱਤ ਵਿੱਚ ਫੈਸਲਾ ਹੋਣਾ ਚਾਹੀਦਾ, ਦੇਸ਼ ਹਿੱਤ ਵਿੱਚ ਫੈਸਲਾ ਹੋਣਾ ਚਾਹੀਦਾ। ਔਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਹਿੱਤ ਨੂੰ ਛਿੱਕੇ ਟੰਗਿਆ, ਉਹਨਾਂ ਦੀ ਜਿਹੜੀ ਹੈ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈ, ਮੁਕੱਦਮੇ ਚੱਲਣੇ ਚਾਹੀਦੇ ਉਹਨਾਂ ਉੱਤੇ, ਔਰ ਉਹਨਾਂ ਨੂੰ ਦੇਸ਼ ਦੇ ਗਦਾਰ ਕਹਿ ਕੇ ਉਹਨਾਂ ਨੂੰ ਸਾਰੀ ਉਮਰ ਲਈ ਜੇਲ੍ਹ ਦੇ ਵਿੱਚ ਡੱਕ ਦੇਣਾ ਚਾਹੀਦਾ। ਪੱਟੀ ਸਾਹਿਬ, ਵਿਸ਼ੇਸ਼ ਸੈਸ਼ਨ ਸੱਦਾ ਗਿਆ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਅਜਿਹਾ ਕਾਨੂੰਨ ਲਿਆ ਸਕਦੇ ਆ ਵੀ ਜਿਹਦੇ ਨਾਲ ਜਿਹੜਾ ਆਰਡੀਨੈਂਸ ਦਾ ਇਹਦਾ ਪੰਜਾਬ ਦੇ ਵਿੱਚ ਜਿਹੜੀ ਉਹ ਲਾਗੂ ਨਾ ਹੋ ਸਕੇ, ਕਿ ਕੀ ਪ੍ਰੋਵੀਜ਼ਨ ਹੈਗੀ ਹੈ ਉਸ ਚੀਜ਼ ਦੀ? ਇੰਦਰਪਾਲ ਜੀ, ਦੇਖੋ 2004 ਦੇ ਵਿੱਚ ਟਰਮੀਨੇਸ਼ਨ ਐਕਟ ਆਇਆ ਸੀ, ਪੰਜਾਬ ਵਾਟਰ ਟਰਮੀਨੇਸ਼ਨ ਐਕਟ। ਉਹਦੀ ਜਿਹੜੀ ਲੈਂਗੁਏਜ ਹੈ, ਉਹਦੇ ਵਿੱਚ ਇੱਕ ਜਗ੍ਹਾ ਤੇ ਵਰਡ ਆਉਂਦਾ ਸੋਵਰਨ ਸਟੇਟ ਆਫ ਪੰਜਾਬ
ਜੀ। ਜੇ ਸੋਵਰਨ ਸਟੇਟ ਆਫ ਪੰਜਾਬ ਇੱਕ ਉਹਦੇ ਵਿੱਚ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤਾਂ ਉਹ ਕੈਪਟਨ ਸਾਹਿਬ ਦੱਸ ਸਕਦੇ ਨੇ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਲਈ ਕੀਤਾ ਸੀ ਜਾਂ ਉਹਨਾਂ ਨੇ ਪਾਣੀ ਬਚਾਉਣ ਲਈ ਪੰਜਾਬ ਦੇ ਕੀਤਾ ਸੀ ਜਾਂ ਪੰਜਾਬ ਦੇ ਹਿੱਤ ਵਿੱਚ ਕੀਤਾ ਸੀ। ਇਹ ਕੈਪਟਨ ਸਾਹਿਬ ਦੀ ਇਸ ਵੇਲੇ ਦੀ ਮੌਜੂਦਾ ਸਰਕਾਰ ਇਸ ਦੇ ਉੱਤੇ ਰੌਸ਼ਨੀ ਪਾ ਸਕਦੀ ਹੈ। ਜੇ ਉਦੋਂ ਉਹ ਐਕਟ ਪਾਸ ਹੋ ਗਿਆ ਸੀ ਤੇ ਅੱਜ ਇਹ ਜਿਹੜੇ ਐਕਟ ਨੇ ਇਹਨਾਂ ਦਾ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਇਹ ਐਕਟ ਪਾਸ ਹੋਣਾ ਚਾਹੀਦਾ ਵੀ ਇਹ ਪੰਜਾਬ ਦੀ ਟੈਰੀਟਰੀ ਦੇ ਉੱਤੇ ਇਹ ਐਕਟ ਲਾਗੂ ਨਹੀਂ ਹੋਣਗੇ। ਕਿਉਂਕਿ ਐਗਰੀਕਲਚਰ ਜਿਹੜਾ ਉਹ ਸਟੇਟ ਸਬਜੈਕਟ ਹੈ, ਉਹਨੂੰ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਿਸੇ ਤਰ੍ਹਾਂ ਵੀ ਹਥਿਆ ਨਹੀਂ ਸਕਦੀ। ਜੇ ਉਹ ਸਟੇਟ ਸਬਜੈਕਟ ਹੈ ਤੇ ਸੈਂਟਰਲ ਗਵਰਨਮੈਂਟ ਉਹਦੇ ਵਿੱਚ ਪੰਗਾ ਕਿਉਂ ਉਡਾਉਂਦੀ ਆ? ਇਹਦੇ ਉੱਤੇ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਜਾਂ ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਾਂ ਦੇਸ਼ ਦੀਆਂ ਹੋਰ ਹਾਈ ਕੋਰਟਾਂ ਨੇ ਆਪਣੇ ਆਪਣੇ ਖਿੱਤੇ ਦੇ ਲੋਕਾਂ ਲਈ ਕੀ ਕੀਤਾ? ਇਹ ਇੱਕ ਜਿਹੜਾ ਕਾਨੂੰਨ ਦੀ ਵਿਵਸਥਾ ਉਹਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਲੱਗ ਗਿਆ, ਜਿਹੜਾ ਇੱਕ ਬਹੁਤ ਨਿੰਦਣਯੋਗ ਹੈ। ਪੰਜਾਬ ਸਰਕਾਰ ਸਪੈਸ਼ਲ ਸੈਸ਼ਨ ਸੱਦ ਰਹੀ ਹੈ 19 ਅਕਤੂਬਰ ਨੂੰ, ਉਹਦੇ ਵਿੱਚ ਇਹ ਐਕਟ ਪਾਸ ਹੋਣਾ ਚਾਹੀਦਾ। ਦੇਸ਼ ਦੇ ਜਿਹੜੇ ਲੋਕ ਨੇ ਕੋਈ ਵੀ ਕਿਤੋਂ ਵੀ ਆਉਂਦੇ ਆ, ਉਹ ਪੰਜਾਬ ਦੇ ਕਿਸਾਨਾਂ ਨਾਲ ਕੋਈ ਵੀ ਖਿਲਵਾੜ ਕਰਦੇ ਆ, ਉਹਨਾਂ ਨੂੰ ਸਟੇਟ ਕਾਨੂੰਨ ਦੇ ਮੁਤਾਬਕ ਉਮਰ ਕੈਦ ਦੀ ਅਸੀਂ ਸਜ਼ਾ ਦੇਵਾਂਗੇ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਿਲਵਾੜ ਨਹੀਂ ਕਰਨ ਦੇਵਾਂਗੇ ਔਰ ਇਹ ਜਿਹੜੇ ਐਕਟ ਨੇ ਪੰਜਾਬ ਦੀ ਟੈਰੀਟਰੀ ਤੇ ਲਾਗੂ ਨਹੀਂ ਹੋਣਗੇ। ਇਹ ਦੋ ਨੁਕਤੇ ਵਿਚਾਰ ਲਵੇ ਪੰਜਾਬ ਦੀ ਸਰਕਾਰ ਤੇ ਮੇਰਾ ਖਿਆਲ ਹੈ ਕਿ ਕਿਸਾਨੀ ਜਿਹੜੀ ਹੈ ਪੰਜਾਬ ਦੀ ਜ਼ਰੂਰ ਬਚ ਜਾਏਗੀ। ਜੀ ਭੱਟੀ ਸਾਹਿਬ, ਸਿਆਸਤ ਵੱਲ ਤੁਰੀਏ ਤਾਂ ਸਿਆਸਤ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਕਾਂਗਰਸ ਦੀ ਕੀਤੀ ਜਾਵੇ, ਅਕਾਲੀ ਦਲ ਦੀ ਕੀਤੀ ਜਾਵੇ, ਲੋਕ ਇਨਸਾਫ ਪਾਰਟੀਆਂ ਹੋਰ ਪਾਰਟੀਆਂ ਦੀ ਗੱਲ ਕੀਤੀ ਜਾਵੇ, ਸਾਰੀਆਂ ਇਸ ਜਿਹੜੀਆਂ ਆਪਣੇ ਆਪ ਨੂੰ ਅੱਜ ਕਿਸਾਨ ਹਿਤੈਸ਼ੀ ਕਹਿ ਰਹੀਆਂ ਨੇ, ਚੋਣਾਂ ਵੀ ਨੇੜੇ ਆ ਰਹੀਆਂ ਨੇ। ਅਗਾਂਹ ਜੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ 2000 ਦਾ ਜਿਹੜਾ 22 ਦਾ ਸੀਨ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਸਿਆਸਤ ਦਾ? ਜੀ ਦੇਖੋ, ਇਹ ਹਰ ਪੋਲੀਟੀਕਲ ਪਾਰਟੀ ਜਿਹੜੀ ਇਸ ਵੇਲੇ ਤੁਸੀਂ ਹੁਣੇ ਗੱਲ ਕੀਤੀ ਸੀ ਸ਼ੁਰੂ ਕਰਨ ਤੋਂ ਪਹਿਲੇ ਵੀ ਰੋਟੀਆਂ ਸੇਕ ਰਹੀ ਹੈ ਹਰ ਪਾਰਟੀ, ਔਰ ਗੁਰਬਾਣੀ 'ਚ ਵੀ ਆਉਂਦਾ ਰੋਟੀਆਂ ਕਾਰਨ ਪੂਰੇ ਤਾਲ। ਇਹ ਤਾਲ ਵਜਾ ਰਹੇ ਨੇ ਰੋਟੀਆਂ ਕਾਰਨ, ਹੋਰ ਇਹਨਾਂ ਨੂੰ ਕਿਸੇ ਗੱਲ ਦਾ ਨਹੀਂ, ਕੋਈ ਸਰੋਕਾਰ ਨਹੀਂ, ਕੋਈ ਇਹਨਾਂ ਨੇ ਵੈਲਫੇਅਰ ਸਕੀਮਾਂ ਨਹੀਂ ਲਾਗੂ ਕੀਤੀਆਂ। ਇੱਕ ਐਮਐਲਏ 5 ਵਾਰੀ ਐਮਐਲਏ ਬਣ ਜਾਂਦਾ, ਉਹ 5 ਪੈਨਸ਼ਨਾਂ ਲੈ ਰਿਹਾ, ਉਹ ਕਿਸ ਚੀਜ਼ ਦੀਆਂ ਪੈਨਸ਼ਨਾਂ ਲੈ ਰਿਹਾ? ਇੱਕ ਸਰਕਾਰੀ ਮੁਲਾਜ਼ਮ ਨੂੰ 38 ਸਾਲ ਜਾਂ 32 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਇੱਕ ਪੈਨਸ਼ਨ ਮਿਲਦੀ ਹੈ ਔਰ ਇੱਥੇ ਕੀ ਮਿਲ ਰਿਹਾ? 5 ਵਾਰੀ ਐਮਐਲਏ ਹੋ ਗਏ 5 ਪੈਨਸ਼ਨਾਂ, ਜੇ 6ਵੀਂ ਵਾਰੀ ਐਮਐਲਏ ਹੋ ਗਏ ਨਾਲ ਤਨਖਾਹ ਵੀ ਮਿਲੇਗੀ ਤੁਹਾਨੂੰ। ਔਰ ਇਸ ਵੇਲੇ ਬਾਦਲ ਪਰਿਵਾਰ ਦੇ ਵਿੱਚ 28 ਤੋਂ 30 ਪੈਨਸ਼ਨਾਂ ਜਾ ਰਹੀਆਂ ਔਰ ਪੱਠਲ ਹੈ ਜਿਹੜੀ ਮੁੱਖ ਮੰਤਰੀ ਪੰਜਾਬ ਦੀ, ਫਾਰਮਰ ਮੁੱਖ ਮੰਤਰੀ, ਉਹ ਕਿੰਨੀ ਪੈਨਸ਼ਨ ਡਰਾ ਕਰ ਰਹੀ ਹੈ? 3 ਲੱਖ ਤੋਂ ਉੱਤੇ ਦੀ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ। ਔਰ ਜਿਹੜਾ ਵੀ ਐਮਐਲਏ ਰਹਿ ਗਿਆ ਜਾਂ ਐਮਪੀ ਰਹਿ ਗਿਆ, ਉਹਨੂੰ ਐਮਐਲਏ ਦੀ ਪੈਨਸ਼ਨ ਮਿਲ ਰਹੀ ਹੈ ਜਾਂ ਐਮਪੀ ਦੀ ਪੈਨਸ਼ਨ ਮਿਲ ਰਹੀ ਹੈ ਜਾਂ ਦੋਨੋਂ ਮਿਲ ਰਹੀਆਂ? ਉਸ ਚੀਜ਼ ਦਾ ਜਵਾਬਦੇਹੀ ਉਹ ਕਰਨਗੇ। ਤੁਸੀਂ ਦੇਖੋ, ਇੱਕ ਚੀਜ਼ ਹੋਰ ਦੇਖੋ, ਪੰਜਾਬ ਦੀ ਕਿਸਾਨੀ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਕਿੱਥੋਂ ਤੱਕ ਦਾ ਧੱਕਾ ਹੋ ਰਿਹਾ। ਪੰਜਾਬ ਦੀ ਮਾਰਕਫੈਡ ਤੇ ਜਿਹੜਾ ਪੰਜਾਬ ਦਾ ਪਨਸਪ ਹੈ ਤੇ ਐਗਰੀਕਲਚਰ ਮਾਰਕੀਟਿੰਗ ਬੋਰਡ ਹੈ ਜਿਹੜਾ, ਇਹ ਇਸ ਚੀਜ਼ ਨੂੰ ਕਿਉਂ ਨਹੀਂ ਇਸ ਦੇ ਉੱਤੇ ਤਵੱਜੋ ਦਿੰਦੇ ਕਿ ਪੰਜਾਬ ਦੀ ਜਿਹੜੀ ਜਿੰਸ ਹੈ ਉਹ 2 ਰੁਪਏ ਕਿਲੋ ਦਾ ਆਲੂ ਜਿਹੜਾ ਅਸੀਂ ਪੈਪਸੀ ਨੂੰ 100 ਰੁਪਏ ਕਿਲੋ ਚਿਪਸ ਦੇ ਵਿੱਚ ਨਹੀਂ ਵੇਚਣ ਦੇਣਾ, ਉਹਦਾ ਪ੍ਰੋਫਿਟ ਜਿਹੜਾ ਉਹ ਕਿਸਾਨਾਂ ਨਾਲ ਸ਼ੇਅਰ ਹੋਵੇ। ਬਿਲਕੁਲ। ਕਿਉਂਕਿ ਉਹ ਪੰਜਾਬ ਦੇ ਵਿੱਚੋਂ ਆਲੂ ਲਿਆ ਗਿਆ 2 ਰੁਪਏ ਕਿਲੋ। ਕਈ ਵਾਰੀ ਤੁਸੀਂ ਦੇਖਿਆ ਹੋਏਗਾ, ਤੁਹਾਡੇ ਵੀ ਮੀਡੀਆ ਤੇ ਕਈ ਵਾਰੀ ਖਬਰਾਂ ਆਉਂਦੀਆਂ ਕਿ ਕਿਸਾਨਾਂ ਨੇ ਟਰਾਲੀਆਂ ਜਿਹੜੀਆਂ ਉਹ ਉਲਟਾ ਦਿੱਤੀਆਂ ਸੜਕ ਤੇ। ਬਿਲਕੁਲ। ਲੇਕਿਨ ਉਹ ਜਿਹੜਾ ਫਾਇਦਾ 100 ਰੁਪਏ ਕਿਲੋ ਦਾ ਜਿਹੜਾ ਆਲੂ ਹੈ ਵੇਚ ਰਹੀਆਂ, ਉਹ ਕਿਸਾਨਾਂ ਨੂੰ ਕਿਉਂ ਨਾ ਜਾਵੇ? ਇਹਦੇ ਉੱਤੇ ਵੀ ਕੈਪਟਨ ਸਰਕਾਰ ਨੂੰ ਸੋਚਣਾ ਚਾਹੀਦਾ ਔਰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਨਾਲ ਕਿਸਾਨੀ ਦਾ, ਮਾਰਕੀਟਿੰਗ ਬੋਰਡ ਦਾ, ਪਨਸਪ ਦਾ ਫਾਇਦਾ ਹੋਵੇ। ਪੰਜਾਬ ਐਗਰੋ ਉਹ ਕੀ ਕਰ ਰਹੀ ਹੈ? ਕੁਝ ਵੀ ਨਹੀਂ ਕਰ ਰਹੇ, ਕੋਈ ਪ੍ਰੋਡਕਟਿਵਿਟੀ ਨਹੀਂ ਦੇ ਰਹੇ। ਇਹ ਅਦਾਰੇ ਜਿਹੜੇ ਨੇ ਇਹ ਪ੍ਰੋਡਕਟਿਵਿਟੀ ਦੇਣ ਲਈ ਨੇ, ਪੰਜਾਬ ਦੇ ਕਿਸਾਨ ਹਿੱਤਾਂ ਦਾ ਧਿਆਨ ਰੱਖਣ ਲਈ ਨੇ ਜਾਂ ਹਿੱਤਾਂ ਦਾ ਕਾਨ ਕਰਨ ਲਈ ਨੇ। ਇਹ ਇਸ ਵੇਲੇ ਦੀ ਸਰਕਾਰ, ਪੰਜਾਬ ਸਰਕਾਰ, ਇਸ ਚੀਜ਼ ਦੀ ਜਵਾਬਦੇਹੀ ਦੇਵੇ ਔਰ ਇਸ ਨੂੰ ਸਮਝ ਕੇ ਕਿਸਾਨੀ ਦਾ ਹੱਕ ਜਿਹੜਾ ਉਹਨਾਂ ਨੂੰ ਮਿਲੇ। ਜੀ ਭੱਟੀ ਸਾਹਿਬ, ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਾਰ-ਵਾਰ ਚਰਚਾ ਇਹ ਹੁਣ ਛਿੜਨੀ ਸ਼ੁਰੂ ਹੋ ਗਈ ਹੈ ਵੀ ਉਹ ਜਾਂ ਤਾਂ ਆਪਣੀ ਅਲੱਗ ਪਾਰਟੀ ਬਣਾਉਣਗੇ ਜਾਂ ਉਹ ਦੁਬਾਰਾ ਭਾਜਪਾ ਵਿੱਚ ਜਾਣਗੇ। ਤੁਹਾਨੂੰ ਕੀ ਲੱਗਦਾ ਕੀ ਰਣਨੀਤੀ ਹੋਏਗੀ ਨਵਜੋਤ ਸਿੱਧੂ ਦੀ ਅੱਗੇ? ਜੀ ਦੇਖੋ, ਇੱਕ ਬੜੀ ਬਰੀਕੀ ਨਾਲ ਜੇ 6 ਸਾਲ ਦਾ ਪਿਛਲੇ ਦਾ ਘਟਨਾਕ੍ਰਮ ਦੇਖਿਆ ਜਾਵੇ
ਤਾਂ ਉਹ ਇੱਕ ਅਜਿਹਾ ਘਟਨਾਕ੍ਰਮ ਆ ਗਿਆ ਜੀ ਵੀ ਜਿਹਦੇ ਵਿੱਚ ਹਰ ਸਾਮ ਦਾਮ ਦੰਦ ਭੇਡ ਜੀ ਇਹ 4 ਸ਼ਬਦਾਂ ਦਾ ਇਸਤੇਮਾਲ ਰੱਜ ਕੇ ਹੋਇਆ। ਜੀ ਭਾਵੇਂ ਉਹ ਕੋਈ ਵੀ ਵਾਕ ਆਫ ਲਾਈਫ ਹੈ, ਭਾਵੇਂ ਜੁਡੀਸ਼ਰੀ ਹੈ, ਜੀ ਭਾਵੇਂ ਉਹ ਪੋਲੀਟੀਕਲ ਅਪਾਇੰਟਮੈਂਟਸ ਨੇ ਜੀ ਜਾਂ ਪੋਲੀਟੀਕਲ ਡਿਸਅਪਾਇੰਟਮੈਂਟਸ ਨੇ ਜੀ ਜਾਂ ਕੋਈ ਵੀ ਚੀਜ਼ ਹੈ। ਆ 2 ਦਿਨ ਪਹਿਲੇ ਦੀ ਖਬਰ ਆਈ ਹੈ 14 ਜਿਹੜੇ ਐਮਐਲਏ ਨੇ ਜੀ ਉਹਨਾਂ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਨਾ ਬਣਾ ਕੇ ਮੰਤਰੀ ਦਾ ਉਹਦਾ ਜਿਹੜਾ ਨਹੀਂ ਲੈ ਸਕੇ ਸੀ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੋਏਗਾ, ਉਹਨਾਂ ਨੂੰ ਕੈਬਨਿਟ ਰੈਂਕ ਦੇ ਦਿੱਤਾ ਜਾਏਗਾ। ਅਗਰ ਜੇ ਕੈਬਨਿਟ ਰੈਂਕ ਦਿੱਤਾ ਜਾਂਦਾ, ਮੈਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕੀਤਾ ਹੋਇਆ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ, ਤਾਂ ਮੇਰਾ ਖਿਆਲ ਹੈ ਹਰਿਆਣਾ ਵਾਲੇ ਇਸ ਚੀਜ਼ ਨੂੰ ਸੋਚਣਗੇ ਜੇ ਕੈਬਨਿਟ ਰੈਂਕ ਇਹਨਾਂ ਨੂੰ ਮਿਲ ਗਿਆ ਤਾਂ ਇਹਨਾਂ ਦੀ ਅਪਾਇੰਟਮੈਂਟ ਵੀ ਅੰਡਰ ਚੈਲੰਜ ਹੋ ਜਾਏਗੀ। ਇਹ ਅਜਿਹੀਆਂ ਭਾਵਨਾਵਾਂ ਜਿਹੜੀਆਂ ਹੈ ਇਹ ਸਿਰਫ ਕੁਝ ਲੋਕਾਂ ਨੂੰ, ਮੁੱਠੀ ਭਰ ਲੋਕਾਂ ਨੂੰ, ਪੋਲੀਟੀਕਲ ਰਾਜਨੀਤਿਕ ਜਿਹੜੀ ਸਟੇਜ ਹੈ ਉਹ ਤਿਆਰ ਹੋ ਰਹੀ ਹੈ ਸਮੇਂ-ਸਮੇਂ ਤੇ ਜਦੋਂ ਵੀ ਹੋ ਰਹੀ ਹੈ। ਉਹਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ। ਅੱਜ ਦੇਖੋ ਹਰਿਆਣਾ ਦੇ ਵਿੱਚ ਕੀ ਹੈ ਜੀ, ਬੀਜੇਪੀ ਤੇ ਜੇਜੇਪੀ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਦਾ ਸਮਰਥਕ ਦੱਸਦੀ ਹੈ, ਲੇਕਿਨ ਜੇਜੇਪੀ ਦਾ ਰਵੱਈਆ ਜਿਹੜਾ ਕਿੰਨਾ ਕੁ ਇੱਕ ਸ਼ਲਾਘਾਯੋਗ ਹੈ ਜਾਂ ਸਲਾਘਾਯੋਗ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਬਣ ਚੁੱਕਾ ਹੈ। ਉੱਥੇ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਲੋਕਾਂ ਨੂੰ ਸ਼ੰਭੂ ਬਾਰਡਰ ਤੇ ਰੋਕਦੀ ਹੈ, ਦਿੱਲੀ ਕਿਉਂ ਨਹੀਂ ਜਾਣ ਦਿੰਦੀ ਜੀ? ਕੀ ਪੰਜਾਬ ਹਰਿਆਣਾ ਦਾ ਹਿੱਸਾ ਹੈ ਜਾਂ ਪੰਜਾਬ ਦਿੱਲੀ ਦਾ ਹਿੱਸਾ ਹੈ ਜਾਂ ਪੰਜਾਬ ਸਾਰੇ ਭਾਰਤ ਦਾ ਹਿੱਸਾ ਹੈ? ਜੇ ਸਾਨੂੰ ਤੁਰਨ ਫਿਰਨ ਦੀ ਆਜ਼ਾਦੀ ਹੈ ਤੇ ਹਰਿਆਣਾ ਸਰਕਾਰ ਦੀ ਕੀ ਜ਼ਰੂਰਤ ਹੋ ਗਈ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ? ਔਰ ਪੰਜਾਬ ਦੇ ਉਹ ਲੋਕ ਜਿਹੜੇ ਕਿਸੇ ਤਰ੍ਹਾਂ ਵੀ ਕਿਸੇ ਵੀ ਹਿਸਾਬ ਨਾਲ ਜਿਨ੍ਹਾਂ ਵਿੱਚ ਪੋਲੀਟੀਕਲ ਲੀਡਰ ਵੀ ਸ਼ਾਮਲ ਸਨ, ਉਹਨਾਂ ਨੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦਾ ਯਤਨ ਕੀਤਾ। ਔਰ ਉੱਥੋਂ ਦੇ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਓਪੀ ਧਨਖੜ ਸਾਹਿਬ ਜਿਹੜੇ ਨੇ ਉਹ ਕਿਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ। ਅਗਰ ਜੇ ਉਸ ਨੂੰ ਇਹ ਕਿਹਾ ਜਾਵੇ ਬਈ ਉਹ ਇੱਕ ਕੋਈ ਸੂਝਵਾਨਤਾ ਦਾ ਕਦਮ ਨਹੀਂ ਜੀ ਕਿ ਉਹ ਪੰਜਾਬ ਜਿਹੜੀ ਇਹ ਸਟੇਟ ਹੈ ਉਹਨੂੰ ਇੱਕ ਅਲੱਗ ਸੈਪਰੇਟ ਕੰਟਰੀ ਸਮਝਦੇ ਨੇ ਜੀ, ਜਾਂ ਉਹਨਾਂ ਦਾ ਕੀ ਰੁਝਾਨ ਜਾਂ ਰੁਝੇਵਾਂ ਹੈ, ਜਾਂ ਉਹਨਾਂ ਨੇ ਕਿਉਂ ਇਦਾਂ ਦੇ ਬਿਆਨ, ਜਾਂ ਮਨੋਹਰ ਲਾਲ ਖੱਟੜ ਨੇ ਜਾਂ ਉਹਨਾਂ ਦੇ ਜਿਹੜੇ ਮੰਤਰੀ ਸਾਹਿਬ ਨੇ ਵਿਜ ਸਾਹਿਬ ਜੀ, ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਵੀ ਅਸੀਂ ਦਿੱਲੀ ਨਹੀਂ ਜਾਣ ਦੇਵਾਂਗੇ, ਸ਼ਾਂਤੀ ਭੰਗ ਹੋ ਜਾਏਗੀ? ਕੀ ਉਹ ਸਮਝਦੇ ਨੇ ਬਈ ਉਹਨਾਂ ਦੀ ਜਿਹੜੀ ਸੂਝਵਾਨਤਾ ਹੈ, ਇਹ ਜਿਹੜੇ ਲੋਕ ਆ ਰਹੇ ਨੇ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਨੇ ਜੀ, ਉਹਨਾਂ ਨੂੰ ਰੋਕ ਕੇ ਜਾਂ ਕਿਸੇ ਤਰ੍ਹਾਂ ਜੇ ਉਹਨਾਂ ਨੂੰ ਉੱਥੇ ਦਿੱਲੀ ਜਾ ਕੇ ਮੁਜ਼ਾਹਰਾ ਕਰ ਲੈਣ ਦਿੱਤਾ ਜਾਂਦਾ, ਉਹ ਆਪਣੀ ਸੋਸ਼ਲ ਡਿਸਟੈਂਸਿੰਗ ਕਰਦੇ ਕਿਸੇ ਤਰ੍ਹਾਂ ਦਾ ਵੀ ਹੈ, ਜੋ ਵੀ ਹੈ, ਤੁਸੀਂ ਉਹਨਾਂ ਨੂੰ ਐਜੂਕੇਟ ਕਰੋ, ਤੁਸੀਂ ਉਹਨਾਂ ਨੂੰ ਫੈਸਿਲੀਟੇਟ ਕਰੋ। ਇਕੱਠ ਸੀ ਜਿਹੜਾ ਦਿੱਲੀ ਸਰਕਾਰ ਵੱਲ ਜਾ ਰਿਹਾ ਸੀ, ਉਸ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਬੀਜੇਪੀ ਗਵਰਨਮੈਂਟ ਨੇ ਤੇ ਜੇਜੇਪੀ ਗਵਰਨਮੈਂਟ ਨੇ ਰੋਕਿਆ ਵੀ ਇਹਨਾਂ ਨੂੰ ਦਿੱਲੀ ਨਾ ਆਉਣ ਦੇਣਾ। ਜਾਂ ਇਹ ਕਿਹਦੀ ਮਿਲੀ ਭੁਗਤ ਸੀ? ਇਹ ਕੀ ਕੇਂਦਰ ਸਰਕਾਰ ਦੱਸੇਗੀ ਜਾਂ ਹਰਿਆਣਾ ਸਰਕਾਰ ਦੱਸੇਗੀ? ਇਹ ਸਾਡੇ ਪੰਜਾਬ ਦੇ ਜਿਹੜੇ ਨੇਤਾ ਸਨ ਉਸ ਸ਼ਮੂਲੀਅਤ ਦੇ ਵਿੱਚ ਸ਼ਾਮਲ ਸਨ ਕਿ ਉਹ ਇਹ ਦੱਸਣਗੇ। ਉਹਨਾਂ ਦਾ ਅੱਜ ਤੱਕ ਮੇਰੀ ਸਮਝ ਮੁਤਾਬਕ ਕੋਈ ਬਿਆਨ ਨਹੀਂ ਆਇਆ ਕਿਉਂਕਿ ਇਹ ਇੱਕ ਐਸੀ ਇੱਕ ਰਾਜਨੀਤਿਕ ਸਟੇਜ ਵਿੱਚ ਚੁੱਕੀ ਹੈ। ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ 2021 ਦੀਆਂ, 2022 ਦੀਆਂ, 2023-24 ਦੀਆਂ, ਇਹਨਾਂ ਦੇ ਲਈ ਜਿਹੜਾ ਬੜਾ ਮੰਦਭਾਗਾ ਰੁਝਾਨ ਆ ਰਿਹਾ ਹੈ। ਇਸ ਨੂੰ ਸਿਵਲ ਲਹਿਰ ਵਿੱਚ ਕਨਵਰਟ ਨਾ ਹੋਣ ਦਿਓ। ਸ਼ਾਂਤਮਈ ਰੋਸ ਮੁਜ਼ਾਹਰੇ ਨੇ, ਸ਼ਾਂਤਮਈ ਰੋਸ ਮੁਜ਼ਾਹਰਿਆਂ ਦਾ ਰੌਹ ਦੇਖ ਲਓ, ਇਸ ਨੂੰ ਅੱਗੇ ਚਲਾਓ, ਦੇਸ਼ ਹਿੱਤ ਵਿੱਚ ਗੱਲ ਕਰੋ। ਜੇ ਨਹੀਂ ਕਰ ਸਕਦੇ ਤੇ ਰਿਜ਼ਾਈਨ ਦੇ ਕੇ ਬਾਹਰ ਆ ਜਾਓ। ਆਖਰੀ ਸਵਾਲ ਲੂੰਗਾ ਪੱਟੀ ਸਾਹਿਬ, ਪਰਾਲੀ ਜਦੋਂ ਇਹਨਾਂ ਦਿਨਾਂ 'ਚ ਪਰਾਲੀ ਦੀ ਗੱਲ ਤੁਰਦੀ ਆ ਤਾਂ ਕੇਂਦਰ ਸਰਕਾਰ ਤੇ ਖਾਸ ਤੌਰ ਜਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ ਉਹ ਦੋਸ਼ ਸਿੱਧਾ ਪੰਜਾਬ ਦੇ ਸਿਰ ਮੜ ਦਿੱਤਾ ਜਾਂਦਾ ਵੀ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ, ਇਸ ਕਰਕੇ ਜਿਹੜਾ ਉੱਥੇ ਹੈ ਧੂੰਆਂ ਫੈਲਦਾ। ਅੱਜ ਮਾਨਯੋਗ ਸੁਪਰੀਮ ਕੋਰਟ ਨੇ ਵੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਇੱਕ ਰਿਟਾਇਰਡ ਜੱਜ ਦੀ ਡਿਊਟੀ ਲਗਾਈ ਗਈ ਹੈ ਵੀ ਉਹ ਨਿਗਰਾਨੀ ਕਰਨਗੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਰਾਲੀ ਨੂੰ ਲੈ ਕੇ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਰਿਟਾਇਰਡ ਜੱਜ ਜਿਹੜੇ ਨੇ ਉਹ ਪਰਾਲੀ ਦੀ ਨਿਗਰਾਨੀ ਕਰਨ ਲਈ ਰਹਿ ਗਏ ਨੇ, ਉਹਨਾਂ ਕੋਲ ਹੋਰ ਕੋਈ ਕੰਮ ਨਹੀਂ, ਪਹਿਲੀ ਚੀਜ਼। ਦੂਜੀ ਚੀਜ਼, ਉਹਨਾਂ ਨੂੰ ਕੋਈ ਰਿਟਾਇਰਡ ਜੱਜ ਸਾਹਿਬਾਨ ਨੂੰ ਅਜਿਹਾ ਕਮਿਸ਼ਨ ਸਰਕਾਰ ਦਾ ਇਸ਼ਾਰਿਆਂ ਦੇ ਉੱਤੇ ਜਿਹੜਾ ਚੱਲੇ ਜਾਂ ਨੱਚੇ, ਉਹਦੇ ਲਈ ਕੋਈ ਹਾਮੀ ਨਹੀਂ ਸੀ ਭਰਨੀ ਚਾਹੀਦੀ। ਜੇ ਉਹਨਾਂ ਨੇ ਭਰੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਅਸਾਈਨਮੈਂਟ ਨੂੰ ਰਿਜੈਕਟ ਕਰ ਦੇਣ। ਦੂਜੀ ਚੀਜ਼ ਇਹ ਹੈ, ਪਰਾਲੀ ਦੇ ਉੱਤੋਂ ਸਾਡੀ ਭਾਰਤ ਸਰਕਾਰ ਜਿਹੜੀ ਹੈ ਅਨਪੜ੍ਹਾਂ ਦੀ ਸਰਕਾਰ ਨਹੀਂ। ਇਹਦੇ ਵਿੱਚ 2 4 5 ਤਾਂ ਸੂਝਵਾਨ ਸੱਜਣ ਹੋਣਗੇ, ਪੜ੍ਹੇ ਲਿਖੇ ਹੋਣਗੇ। ਪਰਾਲੀ ਦੇ ਉੱਤੋਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੁਛ ਦੇਸ਼ਾਂ ਦੇ ਵਿੱਚ, ਅਮਰੀਕਾ, ਇੰਗਲੈਂਡ ਦੇ ਵਿੱਚ ਪਰਾਲੀ ਦੀ ਖੇਤੀ ਹੁੰਦੀ ਹੈ ਔਰ 18-20 ਕਿਸਮ ਦੇ ਪ੍ਰੋਡਕਟ ਬਣਦੇ ਆ, ਜਿਨ੍ਹਾਂ ਤੋਂ ਕਾਰਡਬੋਰਡ ਬਣਦਾ ਹੈ ਜਾਂ ਹੋਰ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਬਣਦੀਆਂ।
ਉਹ ਇਸ ਪਰਾਲੀ ਦੀ ਵਰਤੋਂ ਜਿਹੜੀ ਹੈ ਉਹਦੇ ਲਈ ਇੰਡਸਟਰੀ ਕਿਉਂ ਨਹੀਂ ਲਾਉਂਦੇ ਜੀ। ਦੇਸ਼ ਦੀ ਅਨਐਮਪਲੋਇਮੈਂਟ ਦੂਰ ਹੋ ਜਾਏਗੀ, ਪ੍ਰੋਡਕਟ ਬਣ ਜਾਣਗੇ, ਰੈਵਨਿਊ ਆ ਜਾਏਗਾ। ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਜ਼ੋਰ ਦਿੰਦੇ? ਜੇ ਅਜਿਹਾ ਜ਼ੋਰ ਆਏਗਾ, ਕਿਸਾਨ ਨੂੰ ਪਰਾਲੀ ਦਾ ਹੱਲ ਮਿਲੇਗਾ ਜੀ। ਪਰਾਲੀ ਦੀ ਜਿਹੜੀ ਹੈਟ ਹੈ ਜਾਂ ਕੈਪ ਹੈ ਉਹ ਬਣੀ ਹੋਈ, ਤੁਹਾਨੂੰ ਪਤਾ 300 ਤੋਂ 400 ਰੁਪਏ ਦੀ ਇੱਕ ਵਿਕਦੀ ਆ ਜੀ। ਤੇ ਉਸ ਦੇ ਲਈ ਇੰਡਸਟਰੀ ਕਿਉਂ ਨਹੀਂ ਉન્નਤ ਕਰਦੇ? ਨਾ ਸਾਡੀ ਪੰਜਾਬ ਸਰਕਾਰ ਨੇ ਕੀਤੀ, ਨਾ ਸਾਡੀ ਭਾਰਤ ਸਰਕਾਰ ਨੇ ਕੀਤੀ। ਇੱਧਰ ਕੋਈ ਉਦਮ ਉਪਰਾਲਾ ਨਹੀਂ। ਇਹਦੇ ਨਾਲ ਕਿਸਾਨਾਂ ਦੀ ਵੀ ਖੁਸ਼ਹਾਲੀ ਹੁੰਦੀ, ਦੇਸ਼ ਦੀ ਵੀ ਖੁਸ਼ਹਾਲੀ ਹੁੰਦੀ, ਲੋਕਾਂ ਦਾ ਹਿੱਤ ਵੀ ਸੁਰੱਖਿਅਤ ਰਹਿੰਦਾ ਔਰ ਜਿਹੜੀ ਸਮੱਸਿਆ ਆ ਰਹੀ ਹੈ ਉਸ ਦਾ ਵੀ ਹੱਲ ਹੁੰਦਾ। ਕੀ ਕੇਜਰੀਵਾਲ ਸਾਹਿਬ ਇਸ ਗੱਲ ਦਾ ਧਿਆਨ ਦੇਣਗੇ ਜੀ ਕਿ ਜਿਹੜੀ ਇਸ ਵੇਲੇ ਸਮੇਂ ਦੀ ਸਰਕਾਰ ਹੈ, ਕੇਂਦਰ ਸਰਕਾਰ, ਉਹ ਇਸ ਗੱਲ ਵੱਲ ਧਿਆਨ ਦੇਵੇਗੀ? ਕਿਉਂਕਿ ਇਹਨਾਂ ਦੇ ਧਿਆਨ ਜਿਹੜੇ ਆ ਰੋਟੀਆਂ ਕਾਰਨ ਪੂਰੇ ਤਾਲ, ਇਸ ਤੋਂ ਵੱਧ ਅੱਗੇ ਕੁਝ ਨਹੀਂ ਇਹਨਾਂ ਦੇ ਪੱਲੇ। ਇਹਨਾਂ ਤੋਂ ਕੋਈ ਜ਼ਿਆਦਾ ਉਮੀਦ ਨਾ ਰੱਖਿਓ। ਪੰਜਾਬ ਦੇ ਕਿਸਾਨੋਂ ਆਪਣੀ ਕਿਸਾਨੀ ਤੇ ਆਪਣੀ ਜਵਾਨੀ ਨੂੰ ਬਚਾ ਲਓ। ਮੈਂ ਇੱਕ ਵਾਰੀ ਇਹ ਗੱਲ ਕਹੀ ਸੀ, ਤੁਸੀਂ ਪੰਜਾਬ ਨੂੰ ਰੋਂਦੇ ਪਏ ਹੋ, ਪੰਜਾਬ ਨਸ਼ਿਆਂ ਦੀ ਭੇਟ ਚੜ੍ਹ ਗਿਆ। ਇਹ ਸਾਰਾ ਦੇਸ਼ ਨਸ਼ਿਆਂ ਦੀ ਭੇਟ ਚੜਿਆ ਹੋਇਆ ਅੱਜ ਤੁਹਾਡੇ ਸਾਹਮਣੇ ਆ। ਫਿਲਮ ਇੰਡਸਟਰੀ ਨਸ਼ਿਆਂ ਦੀ ਭੇਟ ਚੜ੍ਹ ਗਈ ਹੈ ਔਰ ਦੇਸ਼ ਦਾ ਕਿਹੜਾ ਖੋਨਾ ਜਾਂ ਕਿਹੜਾ ਖਿੱਤਾ ਹੈ ਔਰ ਇਹਦੇ ਵਿੱਚ ਜਿਹੜੀਆਂ ਸਰਕਾਰੀ ਏਜੰਸੀਆਂ ਨੇ, ਸੂਈਆ ਏਜੰਸੀਆਂ ਨੇ ਜਾਂ ਹੋਰ ਏਜੰਸੀਆਂ ਨੇ, ਇਨਵੈਸਟੀਗੇਟਿੰਗ ਏਜੰਸੀਆਂ, ਉਹਨਾਂ ਦਾ ਜਿਹੜਾ ਰੋਲ ਹੈ ਉਹ ਬਿਲਕੁਲ ਨਿੰਦਣਯੋਗ ਹੈ, ਨਿੰਦਣਾ ਚਾਹੀਦਾ ਕਿਉਂਕਿ ਉਹ ਬੁਰੀ ਤਰ੍ਹਾਂ ਫੇਲ ਹੋਈਆਂ, ਨਾਕਾਮ ਹੋਈਆਂ ਇਸ ਚੀਜ਼ ਨੂੰ, ਇਸ ਦੀ ਸਮਗਲਿੰਗ ਨੂੰ, ਇਸ ਦੀ ਟ੍ਰੈਫਿਕ ਨੂੰ ਰੋਕਣ ਦੇ ਵਿੱਚ। ਇਹ ਇੱਕ ਬੜੀ ਮੰਦਭਾਗੀ ਘਟਨਾ ਹੈ। ਦੇਸ਼ ਦੇ ਵਿੱਚ ਅਜੇ ਤੁਸੀਂ ਨਸ਼ਿਆਂ ਨੂੰ ਰੋਂਦੇ ਪਏ ਹੋ, ਕਿੰਨਾ ਕੁਛ ਹੋਰ ਗਰਕ ਹੋ ਗਿਆ, ਤੁਹਾਨੂੰ ਅਜੇ ਤੱਕ ਸਮਝ ਹੀ ਨਹੀਂ ਲੱਗੀ ਇਸ ਚੀਜ਼ ਦੀ। ਇਹ ਕੀ ਦੇਸ਼ ਹਿੱਤ ਦੀ ਗੱਲ ਕਰ ਰਹੇ ਹੋ ਤੁਸੀਂ, ਜਾਂ ਉੱਥੇ ਸਿਰਫ ਜਾ ਕੇ ਪਾਰਲੀਮੈਂਟ ਦੇ ਵਿੱਚ 20 ਰੁਪਏ ਦਾ ਖਾਣਾ ਖਾ ਲਿਆ ਤੇ ਲੱਖਾਂ ਦੀ ਪੈਨਸ਼ਨ ਲੈ ਕੇ ਵਾਪਸ ਆ ਗਏ ਜਾਂ ਤਨਖਾਹ ਲੈ ਕੇ ਵਾਪਸ ਆ ਗਏ? ਸਿਰਫ ਇਹੀ ਕੰਮ ਕਰਨਾ ਅਸੀਂ? ਤੇ ਜੇ ਇਹੀਓ ਕੰਮ ਕਰਨਾ ਤੇ ਫਿਰ ਦੇਸ਼ ਨੂੰ ਅੱਗੇ ਬਾਹਰੋਂ ਲੁੱਟਣ ਨਾਲ ਲਿਆਉਂਦੇ ਸੀ। ਹੁਣ ਇੱਥੇ ਦੇਸ਼ ਦੇ ਵਿੱਚ ਹੀ ਬੈਠੇ ਨੇ। ਜੇ ਅਸੀਂ ਇਹ ਕਹੀਏ ਵੀ ਗੋਦੀ ਵਿੱਚ ਹੀ ਬੈਠੇ ਨੇ ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਸਾਹਿਬ, ਜਿਨ੍ਹਾਂ ਨੇ ਆਪਣੇ ਵੱਡਮੁੱਲੇ ਵਿਚਾਰ ਰੱਖੇ ਨੇ। ਭਾਵੇਂ ਉਹ ਖੇਤੀ ਆਰਡੀਨੈਂਸ ਦੀ ਗੱਲ ਕੀਤੀ ਜਾਵੇ, ਕੇਂਦਰ ਸਰਕਾਰ ਦੀ ਗੱਲ ਕੀਤੀ ਹੈ, ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਾਵੇ, ਪੰਜਾਬ ਦੀ ਰਾਜਨੀਤਿਕ ਪਾਰਟੀ ਦੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਕਿਸਾਨਾਂ ਦੀ ਗੱਲ ਕੀਤੀ ਜਾਵੇ, ਸਾਰੇ ਮੁੱਦੇ 'ਤੇ ਆਪਣੇ ਵੱਡਮੁੱਲੇ ਵਿਚਾਰ ਰੱਖੇ ਨੇ। ਸੋ ਅਖੀਰ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਵੀ ਜਿਹੜੀਆਂ ਸਾਡੀਆਂ ਸੂਹੀਆਂ ਏਜੰਸੀਆਂ ਨੇ ਉਹ ਕਿਤੇ ਨਾ ਕਿਤੇ ਫੇਲ ਸਾਬਤ ਹੋਈਆਂ। ਸਾਡਾ ਨਸ਼ਾ ਅੱਜ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਦੇਸ਼ ਦੇ ਵੱਖ-ਵੱਖ ਹਿੱਸੇ ਦੀ ਗੱਲ ਕੀਤੀ ਜਾਵੇ, ਜੇ ਉਹ ਪਸਰ ਰਿਹਾ ਹੈ, ਬੁਰੀ ਤਰ੍ਹਾਂ ਪਸਰ ਰਿਹਾ ਹੈ, ਤਾਂ ਜਿਹੜੀ ਸਾਡੀਆਂ ਖੁਫੀਆ ਏਜੰਸੀਆਂ ਨੇ ਉਹ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਨੇ। ਕਿਸਾਨ ਆਰਡੀਨੈਂਸ 'ਤੇ ਗੱਲ ਇਹ ਕੀਤੀ, ਜੋ ਜਿਹੜੇ ਉੱਥੇ ਪਾਰਲੀਮੈਂਟ ਜਾਂ ਵਿਧਾਨ ਸਭਾ ਜਿਹੜੇ ਲੋਕ ਬੈਠੇ ਨੇ, ਮੋਟੀਆਂ ਤਨਖਾਹਾਂ ਲੈ ਰਹੇ, ਜੇ ਉਹ ਸਾਡੇ ਮਸਲੇ ਹੱਲ ਨਹੀਂ ਕਰ ਸਕਦੇ ਤਾਂ ਉਹਨੂੰ ਅਸਤੀਫਾ ਦੇ ਕੇ ਆਪਣੇ ਘਰੇ ਬੈਠ ਜਾਣਾ ਚਾਹੀਦਾ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅੰਮ੍ਰਿਤਪਾਲ ਦੇ ਨਾਲ, ਦੇਖਦੇ ਰਹੋ ਪ੍ਰਾਈਮ ਮੁੱਦੇ। ਸਤਿ ਸ਼੍ਰੀ ਅਕਾਲ।